सोमवार ਨੂੰ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰੇਗੀ ਪੰਜਾਬ ਕਾਂਗਰਸ ਦੀ ਨਵੀਂ ਟੀਮ। ਰਾਜਾ ਵੜਿੰਗ, ਭਾਰਤ ਭੂਸ਼ਣ ਆਸ਼ੂ, ਪ੍ਰਤਾਪ ਬਾਜਵਾ ਤੇ ਰਾਜਕੁਮਾਰ ਚੱਬੇਵਾਲ ਕਰਨਗੇ ਮੁਲਾਕਾਤ। ਨਵੀਂ ਸ਼ੁਰੂਆਤ ਕਰਨ ਦੇ ਲਈ ਪ੍ਰਤਾਪ ਬਾਜਵਾ ਤਿਆਰ। ਸੀਐਲਪੀ ਲੀਡਰ ਬਣਨ ਤੋਂ ਬਾਅਦ ਨਿਊਜ਼ 18 ਤੇ ਬੋਲੇ ਪ੍ਰਤਾਪ ਬਾਜਵਾ, ਵਿਧਾਨ ਸਭਾ ਦੇ ਵਿੱਚ ਚੁੱਕਾਂਗੇ ਪੰਜਾਬ ਦੇ ਹੱਕਾਂ ਦੀ ਆਵਾਜ਼, ਇਕਜੁੱਟਤਾ ਦੇ ਨਾਲ ਪਾਰਟੀ ਦੀ ਮਜ਼ਬੂਤੀ ਤੇ ਵੀ ਕਰਾਂਗੇ ਫੋਕਸ। कांग्रेस ने साबका विधायक सुरजीत तिमान ਨੂੰ ਕੀਤਾ ਪਾਰਟੀ ਚੋਂ ਬਾਹਰ। ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਲਿਆ ਫੈਸਲਾ। ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਤੇ ਚੁੱਕੇ ਸਨ ਤਿਮਾਨ ਨੇ ਸਵਾਲ। ਪੰਜਾਬ ਸਰਕਾਰ ਦੇ ਭਰੋਸੇ ਤੋਂ ਸੰਤੁਸ਼ਟ ਹੋਏ ਬਾਈਬਲ ਕਲਾਂ ਦੇ ਪ੍ਰਦਰਸ਼ਨਕਾਰੀ। ਬੇਅਦਬੀ ਤੇ ਗੋਲੀकांड ਨੂੰ ਲੈ ਕੇ ਲਗਾਇਆ ਗਿਆ ਇਨਸਾਫ ਮੋਰਚਾ। ਏਜੀ ਦਫ਼ਤਰ ਦੀ ਟੀਮ ਨੇ ਜਾਂਚ ਦੇ ਲਈ ਮੰਗਿਆ 3 ਮਹੀਨਿਆਂ ਦਾ ਸਮਾਂ। कुंवर विजय प्रताप की पोस्टर ने छेड़िया सियासी संग्राम। कांग्रेस आम आदमी पार्टी की सरकार को सवाल कि यही है बदला। बीजेपी भी बोली कि बेअदबियां के दोषियों के नाल सरकार ने कर लिया समझौता। धूरी दौरे ते पहुंचे सीएम भगवंत मान, बोले हर जिले च खोलिया जाएगा सीएम दफ्तर। हुण शिकायतों के लिए चंडीगढ़ जाने की नहीं पवेगी जरूरत। मानसा ਦੇ ਵਿੱਚ ਕੈਬਨਿਟ ਮੰਤਰੀ ਵਿਜੇ ਸਿੰਗਲਾ ਦੀ ਰੈਲੀ ਦੇ ਵਿੱਚ ਹਾਈ ਵੋਲਟੇਜ ਡਰਾਮਾ। ਭਰੀ ਜਨ ਸਭਾ ਦੌਰਾਨ ਨੌਜਵਾਨ ਨੇ ਮੰਤਰੀ ਅੱਗੇ ਲਿਆ ਕੇ ਰੱਖ ਦਿੱਤਾ ਚਿੱਟਾ। ਲੋਕਾਂ ਨੇ ਕਿਹਾ ਸ਼ਰੇਆਮ ਵਿਕ ਰਿਹਾ ਨਸ਼ਾ, ਪੁਲਿਸ ਨਹੀਂ ਕਰਦੀ ਕਾਰਵਾਈ। ਬੀਜੇਪੀ ਨੇ ਹਿਮਾਚਲ ਦੇ ਵਿੱਚ ਸੀਐਮ ਚਿਹਰਾ ਬਦਲਣ ਦੀਆਂ तमाम ਅਟਕਲਾਂ ਨੂੰ ਕੀਤਾ ਖਾਰਜ। ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਬੋਲੇ ਜੈਰਾਮ ਠਾਕੁਰ ਦੀ ਅਗਵਾਈ ਦੇ ਵਿੱਚ ਹੀ ਲੜਾਂਗੇ ਚੋਣ। ਕੈਬਨਿਟ ਦੇ ਵਿੱਚ ਵੀ ਨਹੀਂ ਹੋਵੇਗਾ ਕੋਈ ਬਦਲਾਅ। ਫਿਰੋਜ਼ਪੁਰ ਦੇ ਵਿੱਚ ਕਿਸਾਨਾਂ ਨੇ ਪ੍ਰੀਪੇਡ ਮੀਟਰਾਂ ਦਾ ਕੀਤਾ ਵਿਰੋਧ। ਬਿਜਲੀ ਬੋਰਡ ਦੇ ਵੱਲੋਂ ਲਗਾਏ ਮੀਟਰ ਵੀ ਪੱਟੇ। ਸਰਕਾਰ ਨੂੰ ਦਿੱਤੀ ਚੇਤਾਵਨੀ, ਬਿਜਲੀ ਦਾ ਨਿੱਜੀਕਰਨ ਨਹੀਂ ਕਰਾਂਗੇ ਬਰਦਾਸ਼ਤ। ਸਾਊਦੀ ਅਰਬ ਦੇ ਵਿੱਚ ਫਸੇ ਪੰਜਾਬ ਦੇ ਨੌਜਵਾਨ ਵੀਡੀਓ ਬਣਾ ਕੇ ਸੀਐਮ ਭਗਵੰਤ ਮਾਨ ਤੋਂ ਲਗਾਈ ਮਦਦ ਦੀ ਗੁਹਾਰ। ਏਜੰਟ ਨੂੰ 2-2 ਲੱਖ ਰੁਪਏ ਦੇ ਕੇ ਪਹੁੰਚੇ ਸੀ ਸਾਊਦੀ ਅਰਬ। ਪਾਤੜਾਂ ਦੇ ਪਿੰਡ ਕਾੜ ਦੇ ਵਿੱਚ 16 ਸਾਲਾ ਕੁੜੀ ਦਾ ਗੈਂਗਰੇਪ ਤੋਂ ਬਾਅਦ ਕਤਲ। ਨਦੀ ਦੇ ਵਿੱਚੋਂ ਬਰਾਮਦ ਹੋਈ ਲਾਸ਼। ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ। ਪਟਿਆਲਾ ਦੇ ਵਿੱਚ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ 7 ਮੁਲਜ਼ਮ ਗ੍ਰਿਫਤਾਰ। ਪੁਲਿਸ ਮੁਤਾਬਕ ਆਪਸੀ ਰੰਜਿਸ਼ ਦੇ ਵਿੱਚ ਕੀਤਾ ਗਿਆ ਕਤਲ। 5 ਅਪ੍ਰੈਲ ਨੂੰ ਪੰਜਾਬੀ ਯੂਨੀਵਰਸਿਟੀ ਸਾਹਮਣੇ ਧਰਮਿੰਦਰ ਨੂੰ ਮਾਰੀ ਸੀ ਗੋਲੀ। ਹਰਿਆਣਾ ਪੰਜਾਬ ਦੇ ਵਿੱਚ ਮੁੜ ਇਕੱਠੇ ਹੋਏ ਡੇਰਾ ਪ੍ਰੇਮੀ। ਡੇਰੇ ਦਾ ਮਨਾਇਆ ਸਥਾਪਨਾ ਦਿਵਸ। ਬਠਿੰਡਾ ਦੇ ਡੇਰਾ ਸਲਾਬਤਪੁਰਾ ਦੇ ਵਿੱਚ ਕੀਤਾ ਗਿਆ ਸਮਾਗਮ। सत श्री अकाल, स्वागत है गौरव शुक्ला। मैं हाँ तुहाडे नाल हाज़र हाँ खबरों का प्राइम टाइम लेके। ते प्राइम टाइम दे विच अज गल नवीं टीम दी, नवे राजे दी, नवे कप्तान दी, नवे प्लेयर दी गल असीं कांग्रेस दी करांगे। कांग्रेस दे वल्लों अपनी नवीं टीम का ऐलान कर दिता गया है। बेशक मुकाबला हार चुकी है टीम, पर हुण अगले फोकस दे उत्ते अगले मैच ने, अगले मुकाबले ने जो सत्ता दे विच हुंदे ने या फिर जो सियासत दे हुंदे ने। कांग्रेस ने पार्टी की कमान राजा वड़िंग नूं सौंप दी है, पर नाल ही जो होर अहुदेदार लगाए ने उन्हां दे जरिए भी जातिगत अते खेतरी लिहाज दे नाल संतुलन बिठाउण दी कोशिश जरूर की गई। अते सब तो वड्डी गल है कि जो टकसाली कांग्रेसियां नूं जिम्मेवारी देण दी मंग उठदी रही है, उस नूं भी ध्यान दे विच रखिया गया है। ਕਾਂਗਰਸ ਵੱਲੋਂ ਵਿਰੋਧੀਆਂ ਨੂੰ ਪੂਰੇ ਜੋਸ਼ ਨਾਲ ਸਵਾਲ ਚੁੱਕਣ ਦੇ ਲਈ ਰਾਜਾ ਵੜਿੰਗ ਨੂੰ ਪੀਪੀਸੀਸੀ ਪ੍ਰਧਾਨ ਦੀ ਅਹੁਦੇਦਾਰੀ ਦਿੱਤੀ ਗਈ। ਵਿਧਾਨ ਸਭਾ ਦੇ ਬਾਹਰ ਤਾਂ ਜੋਸ਼ ਦੇ ਨਾਲ ਗੱਲਬਾਤ ਹੋ ਜਾਂਦੀ ਹੈ, ਪਰ ਸਦਨ ਦੇ ਅੰਦਰ ਜੋਸ਼ ਦੇ ਨਾਲ ਹੋਸ਼ ਦੀ ਵੀ ਜ਼ਰੂਰਤ ਪੈਂਦੀ ਹੈ, ਜਿਸ ਲਈ ਕਾਂਗਰਸ ਨੇ ਲੋਕ ਸਭਾ ਤੇ ਰਾਜ ਸਭਾ ਵਿੱਚ ਆਪਣੇ ਸਦੇ ਹੋਏ ਤਰੀਕੇ ਦੇ ਨਾਲ ਲੋਕਾਂ ਦੀ ਆਵਾਜ਼ ਚੁੱਕਣ ਵਾਲੇ ਪ੍ਰਤਾਪ ਬਾਜਵਾ ਨੂੰ ਸੀਐਲਪੀ ਬਣਾ ਦਿੱਤਾ ਹੈ। ਅਹੁਦਿਆਂ ਦੀ ਚੋਣ ਹੋਈ, पर कांग्रेस ने इस बार कांग्रेस के नौजवान आगू, तजर्बेकार आगू, जात, खेतर, टकसाली कांग्रेसी फैक्टरां नूं ध्यान विच रख के अहुदियां दी चोण कीती।
ਨਵਜੋਤ ਸਿੱਧੂ ਨੂੰ ਜਦੋਂ ਪ੍ਰਧਾਨ ਬਣਾਇਆ ਸੀ ਤਾਂ ਉਸ ਸਮੇਂ ਟਕਸਾਲੀ ਕਾਂਗਰਸੀ ਆਗੂਆਂ ਨੂੰ ਪ੍ਰਧਾਨ ਬਣਾਉਣ ਦੀ ਗੱਲ ਹੋਈ ਸੀ। ਵਿਰੋਧ ਵੀ ਹੋਇਆ, ਪਰ ਇਸ ਵਾਰ ਵਿਰੋਧ ਕਰਨ ਦੇ ਲਈ ਪੀਪੀਸੀਸੀ ਪ੍ਰਧਾਨ, ਕਾਰਜਕਾਰੀ ਪ੍ਰਧਾਨ, ਸੀਐਲਪੀ ਲੀਡਰ ਜਾਂ ਡਿਪਟੀ ਸੀਐਲਪੀ ਸਣੇ ਸਾਰੇ ਹੀ ਟਕਸਾਲੀ ਕਾਂਗਰਸੀ ਨੇ। ਜੇ ਜਾਤ ਫੈਕਟਰ ਦੀ ਗੱਲ ਕਰੀਏ ਤਾਂ ਉਸ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਜੱਟ ਸਿੱਖ ਫੈਕਟਰ ਤੋਂ ਲਏ ਗਏ ਨੇ। ਭਾਰਤ ਭੂਸ਼ਣ ਆਸ਼ੂ ਨੂੰ ਹਿੰਦੂ ਤੇ ਡਾਕਟਰ ਰਾਜਕੁਮਾਰ ਚੱਬੇਵਾਲ ਐਸਸੀ ਕੈਟਾਗਰੀ ਚੋਂ ਨੇ। ਪੰਜਾਬ 3 ਖੇਤਰਾਂ 'ਚ ਵੰਡਿਆ, ਮਾਝਾ, ਮਾਲਵਾ ਤੇ ਦੁਆਬਾ। ਤੇ ਜਦੋਂ ਅਹੁਦੇਦਾਰ ਚੁਣਨ ਦੀ ਵਾਰੀ ਆਈ, ਕਾਂਗਰਸ ਨੇ ਖੇਤਰਾਂ ਦਾ ਵੀ ਧਿਆਨ ਰੱਖਿਆ। ਮਾਲਵਾ ਤੋਂ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਨੂੰ ਜ਼ਿੰਮੇਵਾਰੀ ਦਿੱਤੀ ਹੈ ਤਾਂ ਮਾਝੇ 'ਚੋਂ ਪ੍ਰਤਾਪ ਬਾਜਵਾ ਨੂੰ ਸੀਐਲਪੀ ਬਣਾਇਆ ਹੈ। ਦੁਆਬੇ 'ਚੋਂ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਡਿਪਟੀ ਸੀਐਲਪੀ ਚੁਣਿਆ ਗਿਆ ਹੈ। ਕਾਂਗਰਸ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਕਈ ਆਗੂਆਂ ਨੇ ਇਤਰਾਜ਼ ਵੀ ਜਤਾਇਆ, ਪਰ ਪਹਿਲਾਂ ਜਿਹੜੇ ਅਹੁਦਿਆਂ ਦੀ ਚੋਣ ਨੂੰ ਲੈ ਕੇ ਕਾਂਗਰਸ ਸਵਾਲਾਂ ਵਿੱਚ ਰਹੀ, ਹੁਣ ਇਸ ਵਾਰ ਕਾਂਗਰਸ ਨੇ ਅਹੁਦਿਆਂ ਦੀ ਵੰਡ ਵੇਲੇ ਸਾਰੇ ਫੈਕਟਰਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਕੀਤੇ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹਾਈ ਕਮਾਨ ਦੇ ਨਾਲ ਵੀ ਜਲਦ ਮੁਲਾਕਾਤ ਕਰਨ ਜਾ ਰਹੇ ਨੇ, ਪਰ ਇਸ ਸਭ ਦੇ ਵਿਚਾਲੇ ਨਿਊਜ਼ 18 ਦੇ ਨਾਲ ਖਾਸ ਗੱਲਬਾਤ ਕੀਤੀ ਵਿਰੋਧੀ ਧਿਰ ਦੇ ਆਗੂ ਚੁਣੇ ਗਏ ਪ੍ਰਤਾਪ ਬਾਜਵਾ ਨੇ। ਨਿਊਜ਼ 18 ਦੇ ਉੱਤੇ ਪ੍ਰਤਾਪ ਬਾਜਵਾ ਨੇ ਇੱਕ ਵੱਡਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਸੀਐਲਪੀ ਲੀਡਰ ਬਣਨ ਤੋਂ ਬਾਅਦ ਪੰਜਾਬ ਦੇ ਵਿੱਚ ਨਵੀਂ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ। ਸਾਡੇ ਅੰਦਰ ਜੋਸ਼ ਦੇ ਨਾਲ ਹੋਸ਼ ਵੀ ਹੈ। ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਹੱਕ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ। ਪ੍ਰਤਾਪ ਬਾਜਵਾ ਮਾਨ ਸਰਕਾਰ ਦੇ ਉੱਤੇ ਵੀ ਸਵਾਲ ਚੁੱਕਦੇ ਨਜ਼ਰ ਆਏ ਤੇ ਇਹ ਵੀ ਕਿਹਾ ਕਿ ਜਿਹੜੀਆਂ ਗਰੰਟੀਆਂ ਦਿੱਤੀਆਂ ਗਈਆਂ ਸੀ 5 ਗਰੰਟੀਆਂ, ਉਹ ਕਦੋਂ ਲਾਗੂ ਹੋਣਗੀਆਂ। ਬਾਜਵਾ ਨੇ ਕਿਹਾ ਕਿ ਅਜੇ ਤੱਕ ਮਾਨ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਫੇਲ ਸਾਬਤ ਹੋਈ ਹੈ। ਵਿਰੋਧੀ ਧਿਰ ਦਾ ਆਗੂ ਬਣਨ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਪਹਿਲੀ ਵਾਰ ਟੀਵੀ ਤੇ ਇੰਟਰਵਿਊ ਦੇ ਰਹੇ ਨੇ। ਪ੍ਰਤਾਪ ਸਿੰਘ ਬਾਜਵਾ ਮੇਰੇ ਨਾਲ ਨੇ, ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਬਾਜਵਾ ਸਾਹਿਬ, ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ। ਔਰ ਇਹ ਜ਼ਿੰਮੇਵਾਰੀ ਕਿਵੇਂ ਹੁਣ ਸੰਭਾਲੋਗੇ ਉਸ ਵੇਲੇ ਜਦੋਂ ਕਾਂਗਰਸ ਦੇ ਅੰਦਰ ਬਹੁਤ ਵੱਡਾ ਕਾਟੋ ਕਲੇਸ਼ ਮਚਿਆ ਹੋਇਆ? ਕਹਿੰਦੇ ਕਿ 2022 ਦੇ ਇਲੈਕਸ਼ਨ ਕਾਂਗਰਸ ਨੂੰ ਕਿਸੇ ਹੋਰ ਨੇ ਨਹੀਂ, ਕਾਂਗਰਸ ਨੇ ਹਰਾਏ। ਤੁਸੀਂ ਇਹ ਮੰਨਦੇ ਹੋ ਕਿ ਕਾਂਗਰਸ ਨੂੰ ਇਲੈਕਸ਼ਨ ਕਾਂਗਰਸ ਨੇ ਹਰਾਏ? ਦੇਖੋ, ਮੈਂ ਕਿਸੇ ਵੀ, ਤੁਹਾਡੀ ਪਹਿਲੀ ਇੰਟਰਵਿਊ ਤੇ ਮੇਰੀ ਵੀ ਪਹਿਲੀ ਇੰਟਰਵਿਊ, ਮੈਂ ਕੋਈ ਇਸ ਕਿਸਮ ਦੀ ਸ਼ੁਰੂਆਤ ਨਹੀਂ ਕਰਨਾ ਚਾਹੁੰਦਾ। ਇਹ ਤੇ ਬਹੁਤ ਕੁਝ ਲੋਕਾਂ ਨੇ ਕਹਿ ਲਿਆ ਇਹਦੇ ਬਾਰੇ। ਨਵੀਂ ਅਸੀਂ ਸ਼ੁਰੂਆਤ ਕਰਨਾ ਚਾਹੁੰਦੇ ਹਾਂ, ਪੁਰਾਣੀਆਂ ਗੱਲਾਂ ਛੱਡੀਏ, ਕਿਉਂਕਿ ਫਤਵਾ ਲੋਕਾਂ ਨੇ ਦੇ ਦਿੱਤਾ ਹੈ। ਅਖੀਰ ਫਤਵਾ ਸਾਡੇ ਖਿਲਾਫ ਗਿਆ, ਵੱਡੇ ਪੈਮਾਨੇ ਤੇ ਫਤਵਾ ਖਿਲਾਫ ਗਿਆ, ਤੇ ਵੀ ਹੈਵ ਟੂ ਵਰਕ ਟੂਗੇਦਰ। ਹੁਣ ਪ੍ਰਦੇਸ਼ ਕਾਂਗਰਸ ਤੇ ਸੀਐਲਪੀ ਜਿਹੜੀ ਹੈ, ਇਟ ਸ਼ੁੱਡ ਵਰਕ ਐਜ਼ ਅ ਟੀਮ, ਐਂਡ ਮੈਂ ਇਨਸ਼ੋਰ ਕੀਤਾ ਪਾਰਟੀ ਹਾਈ ਕਮਾਂਡ ਨੂੰ, ਵੀ ਵਿਲ ਵਰਕ ਐਜ਼ ਅ ਟੀਮ। ਵੱਡੀ ਖੁਸ਼ੀ ਦੀ ਗੱਲ ਹੈ ਪੰਕਜ ਅੱਜ ਕਿ ਜੋਸ਼ ਦੇ ਨਾਲ ਹੋਸ਼ ਵੀ ਹੈ, ਤਜਰਬੇ ਦੇ ਨਾਲ ਨੌਜਵਾਨ ਸਾਡੇ ਵੀਰ ਨੂੰ ਵੀ ਮੌਕਾ ਮਿਲਿਆ। ਉਹ ਪੰਜਾਬ ਦੇ ਲੈਂਥ ਐਂਡ ਬ੍ਰੈਡਥ ਦੇ ਵਿੱਚ ਜਾ ਕੇ ਲੋਕਾਂ ਨੂੰ ਕਾਂਗਰਸ ਦੇ ਨਾਲ ਜੋੜੇਗਾ। ਮੈਂ ਅਸੈਂਬਲੀ ਦੇ ਵਿੱਚ ਜੋ ਵੀ ਮੌਜੂਦਾ ਸਰਕਾਰ ਨੇ ਕੀਤੇ ਹੋਏ ਵਾਅਦੇ ਨੇ, ਲੋਕਾਂ ਨੂੰ ਜਿਹੜਾ ਵਿਸ਼ਵਾਸ ਦਿੱਤਾ ਸੀ, ਜਦੋਂ ਥੋੜਾ ਜਿਹਾ ਵੀ ਲਾਈਨੋਂ ਭਟਕੇਗਾ ਤੇ ਉਹਨਾਂ ਨੂੰ ਕੁਰਾਏ ਜਾਂਦਿਆਂ ਨੂੰ ਰਾਏ ਪਾਵਾਂਗੇ। ਪੰਜਾਬ ਦੇ ਇੰਟਰਸਟ ਦੀ ਜਦੋਂ ਲੜਾਈ ਲੜਨਗੇ ਤਗੜੇ ਹੋ ਕੇ ਨਾਲ ਖਲੋਵਾਂਗੇ, ਜਦੋਂ ਇੰਟਰਸਟ ਦੀ ਗੱਲ ਨਹੀਂ ਕਰਨਗੇ ਤਗੜੇ ਹੋ ਕੇ ਸਾਹਮਣੇ ਖਲੋਵਾਂਗੇ। ਸੋ ਇਹ ਕੰਮ ਅਸੀਂ ਕਰਾਂਗੇ। ਲੇਕਿਨ ਸਭ ਤੋਂ ਪਹਿਲਾਂ ਸੈਸ਼ਨ ਦੇ ਵਿੱਚ ਕਿਹੜੇ ਇਸ਼ੂ ਨੇ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਇਹ ਮਸਲਿਆਂ ਤੇ ਗੱਲ ਹੋਣੀ ਚਾਹੀਦੀ ਹੈ, ਮਸਲਿਆਂ ਤੇ ਸਰਕਾਰ ਆਈ ਸੀ ਔਰ ਇਹ ਮਸਲਿਆਂ ਤੇ ਕੰਮ ਹੋਣਾ ਚਾਹੀਦਾ ਔਰ ਇਹ ਮਸਲੇ ਕਾਂਗਰਸ ਚੱਕੇਗੀ? ਦੇਖੋ ਪੰਕਜ, ਸਾਰਿਆਂ ਨੂੰ ਵੱਡਾ ਮਸਲਾ ਤੇ ਹੈ ਕਿ ਜਿਹੜੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਲੋਕਾਂ ਨੂੰ 5 ਇਹਨਾਂ ਦੀਆਂ ਵੱਡੀਆਂ ਗਾਰੰਟੀਜ਼ ਦਿੱਤੀਆਂ ਸੀ। ਸਾਰਿਆਂ ਪਹਿਲੇ ਤਾਂ ਅਸੀਂ ਪੁੱਛਾਂਗੇ ਕਿ ਉਹ ਗਾਰੰਟੀਜ਼ ਜ਼ੁਬਾਨ ਨਾਲ ਬਿਆਨ ਦੇਣ ਨਾਲ ਨਹੀਂ ਹੋਣੀਆਂ, ਉਹ ਪੈਸਿਆਂ ਨਾਲ ਹੋਣੀਆਂ। ਤੁਸੀਂ ਦੱਸੋ, ਮੈਂ ਮਾਨ ਸਾਹਿਬ ਦੀ ਗਵਰਨਮੈਂਟ ਨੂੰ ਤੇ ਮਾਨ ਸਾਹਿਬ ਨੂੰ ਪੁੱਛਾਂਗਾ, 3 ਮਹੀਨੇ ਹੋ ਜਾਣੇ ਨੇ ਜੂਨ ਤੱਕ ਜਦੋਂ ਸੈਸ਼ਨ ਹੋਣਾ, ਕਿ ਪਹਿਲੇ ਸਾਨੂੰ ਦੱਸੋ ਕਿ ਤੁਹਾਡਾ ਰੋਡ ਮੈਪ ਕੀ ਹੈ, ਕੀ ਤੁਹਾਡੀ ਸ਼ਰਾਬ ਦੀ ਪਾਲਿਸੀ ਕੀ ਹੋਏਗੀ, ਕਿਉਂਕਿ 3 ਮਹੀਨਿਆਂ ਦੀ ਐਕਸਟੈਂਸ਼ਨ ਦਿੱਤੀ, ਪੁਰਾਣੀ ਪਾਲਿਸੀ ਚੱਲ ਰਹੀ ਹੈ। ਕੀ ਤੁਹਾਡੀ ਪੀਪੀਏਜ਼ ਬਾਰੇ ਬਹੁਤ ਲੰਬਾ ਅਰਸਾ ਤੁਸੀਂ ਕਹਿੰਦੇ ਰਹੇ ਹੋ ਸਾਰੇ ਪੀਪੀਏਜ਼ ਨੂੰ ਕੈਂਸਲ ਕਰਾਂਗੇ, ਵਾਈਟ ਪੇਪਰ ਜਾਰੀ ਕਰਾਂਗੇ, ਅਸੀਂ ਨਹੀਂ ਕਰ ਸਕੇ। ਕੀ ਤੁਸੀਂ ਕਰੋਗੇ? ਕੀ ਉਹ ਪੀਪੀਏਜ਼ ਕੈਂਸਲ ਕਰੋਗੇ ਤੁਸੀਂ? ਦੂਸਰੀ ਗੱਲ, ਜਿਹੜੀਆਂ ਤੁਸੀਂ ਸਾਡੀਆਂ ਭੈਣਾਂ ਨੂੰ 18 ਸਾਲ ਤੋਂ ਉੱਤੇ ਤੇ ਔਰਤਾਂ ਨੂੰ 1 ਕਰੋੜ ਔਰਤ ਨੂੰ ਵਾਅਦਾ ਕੀਤਾ ਹੈ ਕਿ ਅਸੀਂ ਆਂਦੇ ਹੀ ਤੁਹਾਡਾ ਜਿਹੜਾ 1-1000 ਰੁਪਇਆ ਮਹੀਨੇ ਦਾ ਜਿਹੜਾ ਪੱਤਾ ਉਹ ਸ਼ੁਰੂ ਕਰਾਂਗੇ। ਕਦੋਂ ਸ਼ੁਰੂ ਕਰਨਗੇ? ਉਸ ਤੋਂ 300 ਯੂਨਿਟ ਬਿਜਲੀ ਦਾ ਕਦੋਂ ਦਿੱਤਾ ਜਾਏਗਾ? ਕਿਉਂਕਿ ਮੈਂ ਤਾਂ ਹੁਣ ਪਿੰਡਾਂ 'ਚ ਰਹਿਣਾ, ਪਿੰਡਾਂ ਦੇ ਵਿੱਚ ਤੇ ਬਿਜਲੀ ਉਵੇਂ ਹੀ ਗੁੱਲ ਹੈ, ਇਹਨਾਂ ਨੇ ਫ੍ਰੀ ਦੀ ਕਿੱਥੋਂ ਦੇਣੀ ਹੈ? ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ, ਬੈਕ ਡੋਰ ਦੇ ਜ਼ਰੀਏ, ਪਿਛਲੇ ਦਰਵਾਜ਼ੇ ਦੇ ਜ਼ਰੀਏ 4 ਦਿਨ ਪਹਿਲੇ ਬਿਜਲੀ ਦੇ ਰੇਟ ਵਧਾਤੇ ਸੀ ਇਹਨਾਂ ਨੇ। 300 ਯੂਨਿਟ ਪਿਛਲਾ ਕਾਂਗਰਸ ਦੀ ਗਵਰਨਮੈਂਟ ਜਿਹੜੀ 4 ਮਹੀਨੇ ਪਹਿਲੇ ਅਸੀਂ 3 ਰੁਪਏ ਯੂਨਿਟ ਘਟਾਇਆ ਸੀ, ਉਹ ਰਹਿਣ ਦਿੱਤਾ ਤੇ ਉਤਲੇ ਰੇਟ ਪਿਛਲੇ ਕਰ ਦਿੱਤੇ ਜਿਹੜੇ ਜਿੱਥੋਂ ਅਸੀਂ ਘਟਾਏ ਸੀ। ਰੌਲਾ ਰੱਪਾ ਪਿਆ, ਕੱਲ ਦੀ ਇੱਕ ਹੋਰ ਨੋਟੀਫਿਕੇਸ਼ਨ ਆ ਗਈ, ਨਹੀਂ ਅਜੇ ਅਗਲੇ ਮਾਰਚ ਤੱਕ ਉਹੀ ਰੇਟ ਚੱਲੇਗਾ। ਸੋ ਗੱਲ ਹੈ,
ਅਸੀਂ ਪਹਿਲੇ ਇਹਨਾਂ ਨੂੰ ਪੁੱਛਣਾ ਕਿ ਸਾਨੂੰ ਇਹ ਦੱਸੋ ਕਿ ਤੁਹਾਡੀ ਸ਼ਰਾਬ ਤੇ ਪਾਲਿਸੀ ਇਹ ਜਿਹੜਾ ਤੁਸੀਂ ਕਿਹਾ ਸੀ ਕਿ ਅਸੀਂ ਇਹਨੂੰ 30,000 ਕਰੋੜ ਤੇ ਲੈ ਜਾਾਂਗੇ 5.5 ਤੋਂ, ਉਹ ਦੱਸੋ ਉਹ ਤੁਹਾਡੀ ਪਾਲਿਸੀ ਕੀ ਹੈ। ਫਿਰ ਰੇਤ ਦੇ ਉੱਤੇ ਮੈਨੂੰ ਯਾਦ ਹੈ ਕੇਜਰੀਵਾਲ ਸਾਹਿਬ ਦਾ ਬਿਆਨ ਕਿ 20,000 ਕਰੋੜ ਰੁਪਈਆ ਤੇ ਨਿਰਾ ਮੈਂ ਰੇਤ ਚੋਂ ਕੱਢ ਲੂੰ। ਕਾਂਗਰਸ ਤੇ 400 ਕਰੋੜ ਰੁਪਈਆ ਕਮਾਉਂਦੀ ਹੈ। ਮੈਂ ਸ਼ਰਤ ਦੇਣਾ ਇਸ ਗੱਲ ਦੀ, ਤੁਸੀਂ 20,000 ਛੱਡੋ 1,000 ਕਰੋੜ ਹੀ ਇਹ ਕੱਢ ਕੇ ਵਿਖਾ ਦੇਣ, ਮੈਂ ਮੰਨ ਜਾਊਂਗਾ ਕਿ ਇਹਨਾਂ ਦੀ ਗਵਰਨਮੈਂਟ ਬਹੁਤ ਵਧੀਆ ਕੰਮ ਕਰਨ ਵਾਲੇ ਲੋਕ ਇਹਨਾਂ 'ਚ ਹੈ। ਤੁਸੀਂ ਰੇਤ ਤੋਂ ਅਸੀਂ 400 ਲੈਂਦੇ ਸੀ, 1,000 ਕਰੋੜ ਰੁਪਈਆ 20,000 ਨੂੰ ਛੱਡ ਲੈਣਾ ਜੇ ਪਹਿਲੇ 1,000 ਹੀ ਦੱਸਣ ਮੈਨੂੰ ਕਿਸ ਤਰ੍ਹਾਂ ਨਿਕਲਿਆ। ਰੇਤ ਤੇ ਦੂਣੇ ਰੇਟਾਂ 'ਚ ਹੋ ਗਈ ਹੈ। ਤਾਂ ਪ੍ਰਤਾਪ ਬਾਜਵਾ ਨੂੰ ਵਿਰੋਧੀ ਧਿਰ ਦੇ ਆਗੂ ਦੀ ਜ਼ਿੰਮੇਵਾਰੀ ਮਿਲੀ ਹੈ। ਇਸ ਸਮੇਂ ਸਰਕਾਰ ਦੇ ਉੱਤੇ ਮੋਰਚਾ ਖੋਲ ਰਹੇ ਨੇ, ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਨੂੰ ਇਕਜੁੱਟ ਕਿਵੇਂ ਕਰਦੇ ਨੇ। ਪੰਜਾਬ ਦੇ ਅੰਦਰ ਨਵੀਂ ਟੀਮ ਬਣੀ ਹੈ, ਪਹਿਲਾ ਐਕਸ਼ਨ ਵੀ ਹੋ ਗਿਆ ਹੈ ਤੇ ਸਾਬਕਾ ਵਿਧਾਇਕ ਪਾਰਟੀ ਚੋਂ ਬਾਹਰ ਵੀ ਹੋ ਗਏ ਨੇ। ਨਾਮ ਹੈ ਸੁਰਜੀਤ ਧੀਮਾਨ। ਸੁਰਜੀਤ ਧੀਮਾਨ ਨੂੰ ਕਾਂਗਰਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਕਾਂਗਰਸ ਨੇ ਸੁਰਜੀਤ ਧੀਮਾਨ ਨੂੰ ਬਾਹਰ ਕੱਢਣ ਦਾ ਫੈਸਲਾ ਰਿਟਨ 'ਚ ਜਾਰੀ ਵੀ ਕਰ ਦਿੱਤਾ। ਪਾਰਟੀ ਵਿਰੋਧੀ ਸਰਗਰਮੀਆਂ ਦੀ ਵਜ੍ਹਾ ਦੇ ਨਾਲ ਇਹ ਫੈਸਲਾ ਲਿਆ ਗਿਆ ਹੈ। ਨਵੇਂ ਪੀਪੀਸੀਸੀ ਪ੍ਰਧਾਨ ਰਾਜਾ ਵੜਿੰਗ ਦੇ ਉੱਤੇ ਸਵਾਲ ਚੁੱਕੇ ਸਨ। ਨਿਊਜ਼ 18 ਦੇ ਨਾਲ ਗੱਲਬਾਤ ਦੇ ਦੌਰਾਨ ਫੋਨ ਦੇ ਉੱਤੇ ਇਨਫੈਕਟ ਗੱਲਬਾਤ ਕਰ ਰਹੇ ਸੀ ਸੁਰਜੀਤ ਧੀਮਾਨ, ਤੇ ਉਸ ਸਮੇਂ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ। ਰਾਜਾ ਵੜਿੰਗ ਨੂੰ ਲੈ ਕੇ ਸਿੱਧੂ ਦੇ ਪੱਖ ਦੇ ਵਿੱਚ ਬੋਲਦੇ ਨਜ਼ਰ ਆਏ ਤੇ ਉਸ ਦੇ ਕੁਝ ਘੰਟਿਆਂ ਬਾਅਦ ਹੀ ਇੱਕ ਚਿੱਠੀ ਆਉਂਦੀ ਹੈ। 2 ਲਾਈਨਾਂ ਦੀ ਚਿੱਠੀ, ਹੇਠਾਂ ਹਰੀਸ਼ ਚੌਧਰੀ ਦੇ ਦਸਤਖਤ ਨੇ ਤੇ ਉਸ ਦੇ ਵਿੱਚ ਸਿੱਧੀ ਜੀ ਗੱਲ ਹੈ ਕਿ ਐਕਸਪੈਲ ਕੀਤਾ ਜਾ ਰਿਹਾ ਤੁਹਾਨੂੰ ਪਾਰਟੀ। ਹੁਣ ਤੁਹਾਨੂੰ ਸੁਣਵਾਉਂਦੇ ਹਾਂ ਕਿ ਕਾਂਗਰਸ ਦੀ ਬਣੀ ਨਵੀਂ ਟੀਮ ਬਾਰੇ ਵਿਰੋਧੀ ਕੀ ਕੁਝ ਕਹਿ ਰਹੇ ਨੇ। ਕਿ ਜਿਹੜਾ ਪਿਛਲੀ ਵਾਰੀ ਆਈ ਮੀਨ 5 ਸਾਲ ਇੰਨਾ ਕੁ ਗ੍ਰਾਫ ਆਪਣਾ ਥੱਲੇ ਡੇਗ ਲਿਆ ਸੀਗਾ ਕਿ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ, ਲੋਕਾਂ ਦੇ ਨਾਲ ਕਮਿਟਮੈਂਟਸ ਕੀਤੀਆਂ ਸੀ, ਉਹਨਾਂ ਤੇ ਕਾਂਗਰਸ ਸਰਕਾਰ ਬਿਲਕੁਲ ਪੂਰੀ ਨਹੀਂ ਉਤਰ ਸਕੀ ਸੀ। ਨਤੀਜਾ ਪਬਲਿਕ ਨੇ ਸਾਹਮਣੇ ਇੰਨਾ ਵੱਡਾ ਫਤਵਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਝੋਲੀ 'ਚ ਪਾਇਆ ਹੈ। ਹੁਣ ਉਹਨਾਂ ਨੂੰ ਇੱਕ ਗੱਲ ਦਿਸ ਗਈ ਹੈ ਕਿ ਉਹਨਾਂ ਦੇ ਪੱਲੇ ਜਿਹੜਾ ਕੁਝ ਵੀ ਨਹੀਂ ਹੈ। ਸੋ ਫਿਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਆਫਟਰ ਆਲ ਹਨਾ ਪ੍ਰਧਾਨੀਆਂ ਚੇਂਜ ਕਰਨੀਆਂ ਹੀ। ਤੁਹਾਨੂੰ ਲੱਗਦਾ ਨਹੀਂ ਕਾਂਗਰਸ ਦੇਸ਼ 'ਚੋਂ ਖਤਮ ਹੋ ਗਈ? ਉਹ ਪ੍ਰਧਾਨ ਬਦਲ ਲੈਣ, ਸਿੱਧੂ ਲਾ ਲੈਣ, ਚੰਨੀ ਲਾ ਲੈਣ, ਰਾਜਾ ਵੜਿੰਗ ਲਾ ਲੈਣ, ਜੋ ਮਰਜ਼ੀ ਲਾ ਲੈਣ, ਸਰ ਪੰਜਾਬ ਦੇ ਲੋਕਾਂ ਨੇ, ਦੇਸ਼ ਦੇ ਲੋਕਾਂ ਨੇ ਕਾਂਗਰਸ ਨੂੰ ਰੱਦ ਕਰਤਾ। ਹੁਣ ਨਹੀਂ ਆਉਂਦੀ ਜੀ ਪੰਜਾਬ ਦੇ ਵਿੱਚ। ਆਖਰੀ ਵਾਰੀ ਹੈ, ਵੜਿੰਗ ਜੀ ਬਣ ਗਏ, ਬਾਜਵਾ ਸਾਹਿਬ ਬਣ ਗਏ, ਉਹਨੂੰ ਵਧਾਈ ਹੈ, ਉਹਨਾਂ ਨੂੰ ਵਧੀਆ ਅਹੁਦੇ ਮਿਲ ਗਏ, ਪਰ ਕਾਂਗਰਸ ਦਾ ਸਰ ਪੰਜਾਬ ਤਾਂ ਦੇਸ਼ ਦੇ ਵਿੱਚ ਕੋਈ ਸਕੋਪ ਨਹੀਂ, ਨਾ ਅਕਾਲੀ ਦਲ ਦਾ ਨਾ। ਰਾਜਾ ਵੜਿੰਗ ਹੁਣਾਂ ਨੂੰ ਪ੍ਰਧਾਨ ਲਾਇਆ ਗਿਆ, ਕਈ शुभकामनाएं। ਉਹਨਾਂ ਦੀ ਪਾਰਟੀ 'ਚ ਕਈ ਘਮਾਸਾਨ ਖੜਾ ਹੋਇਆ, ਸਵਾਲ ਖੜੇ ਕਹਿੰਦੇ ਐਕਸਪੀਰੀਅੰਸ ਬੰਦਾ ਲਾਉਣਾ ਚਾਹੀਦਾ। ऐसा है कि ਕਾਂਗਰਸ ਦਾ ਅੰਦਰੂਨੀ ਮਾਮਲਾ, ਆਪਣਾ ਪ੍ਰਧਾਨ ਚੁਣਨ ਦਾ ਉਹਨਾਂ ਨੂੰ ਅਧਿਕਾਰ ਹੈ, ਲੇਕਿਨ ਕਾਂਗਰਸ ਦੇ ਅੰਦਰ ਪਿਛਲੇ ਦਿਨੀ ਜਿਸ ਪ੍ਰਕਾਰ ਦਾ ਵਾਤਾਵਰਣ ਬਣਿਆ ਹੈ ਔਰ ਜੋ ਅੰਤਰ ਕਲਾ ਹੈ, ਮੈਨੂੰ ਲੱਗਦਾ ਕਿ ਜਿਹੜੀ ਰਹੀ ਕੋਈ ਕਸਰ ਹੈ ਉਹ ਵੀ ਪੂਰੀ ਹੋ ਜਾਏ। ਵਧਾਈ ਦਿੰਦੇ ਹਾਂ ਇਸ ਤਾਂ ਬਾਜਵਾ ਸਾਹਿਬ ਜੋ LOP ਦੇ ਨੇਤਾ ਬਣੇ ਨੇ ਔਰ ਵੜਿੰਗ ਸਾਹਿਬ ਜੋ ਕਾਂਗਰਸ ਦੇ ਪ੍ਰਧਾਨ ਬਣੇ ਨੇ। ਅਸੀਂ ਆਸ ਕਰਦੇ ਹਾਂ ਕਿ ਕਾਂਗਰਸ ਹੁਣ ਕਾਟੋ ਕਲੇਸ਼ ਤੋਂ ਨਿਕਲੇਗੀ। ਕਾਂਗਰਸ ਹੁਣ ਆਪਸੀ ਖਿੱਚਾ ਧੂਈ ਤੇ ਜੁੰਡੋ ਜੁੰਡੀ ਹੋਣ ਦੀ ਥਾਂ ਇੱਕ ਵਿਰੋਧੀ ਧਿਰ ਦਾ ਰੋਲ ਸਹੀ ਰੂਪ ਵਿੱਚ ਨਿਭਾਏਗੀ। ਅਸੀਂ ਜਿੱਥੇ ਵਧਾਈ ਦਿੰਦੇ ਹਾਂ ਵੜਿੰਗ ਸਾਹਿਬ ਨੂੰ ਵੀ, ਬਾਜਵਾ ਸਾਹਿਬ ਨੂੰ ਵੀ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਬੇਅਦਬੀ ਤੇ ਗੋਲੀकांड ਮਾਮਲੇ ਦੀ। ਪੰਜਾਬ ਸਰਕਾਰ ਨੇ 3 ਮਹੀਨਿਆਂ ਦਾ ਸਮਾਂ ਮੰਗਿਆ ਜੋ ਬਾਈਬਲ ਕਲਾਂ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਸਨ ਪ੍ਰਦਰਸ਼ਨਕਾਰੀ, ਉਹਨਾਂ ਦੇ ਕੋਲੋਂ ਹਰ ਮਹੀਨੇ ਜਾਂਚ ਦਾ ਖੁਲਾਸਾ ਕੀਤਾ ਜਾਵੇਗਾ ਕਿ ਜਾਂਚ ਕਿੱਥੋਂ ਤੱਕ ਪਹੁੰਚੀ ਹੈ। AG ਦਫ਼ਤਰ ਦੀ ਟੀਮ ਦੇ ਵੱਲੋਂ ਇਹ ਭਰੋਸਾ ਦਿੱਤਾ ਗਿਆ। ਬਾਈਬਲ ਕਲਾਂ AG ਦਫ਼ਤਰ ਯਾਨੀ ਐਡਵੋਕੇਟ ਜਨਰਲ ਦੇ ਦਫ਼ਤਰ ਦੀ ਟੀਮ ਪਹੁੰਚੀ ਸੀ। ਇਨਸਾਫ ਮੋਰਚੇ ਦੇ ਉੱਤੇ ਸੁਖਰਾਜ ਸਿੰਘ ਬੈਠੇ ਹੋਏ ਨੇ। ਇਨਸਾਫ ਮੋਰਚਾ ਲਗਾਇਆ ਗਿਆ ਬਾਈਬਲ ਕਲਾਂ ਦੇ ਵਿੱਚ। ਬਾਈਬਲ ਕਲਾਂ ਗੋਲੀकांड ਦੇ ਵਿੱਚ ਮਾਰੇ ਗਏ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਤੇ ਦੂਜੇ ਪਾਸੇ ਬੇਅਦਬੀ ਦੇ ਮੁਲਜ਼ਮਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਉਣ ਦੇ ਲਈ। ਬੇਅਦਬੀ 2015 ਦੇ ਵਿੱਚ ਹੋਈ ਤੇ ਉਸੇ ਸਾਲ ਗੋਲੀकांड ਦੀ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ 2 ਲੋਕਾਂ ਦੀ ਮੌਤ ਹੋਈ ਜੋ ਬੇਅਦਬੀ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸੰਗਤ ਦੇ ਵਿੱਚ ਬੈਠ ਕੇ ਵਿਰੋਧ ਕਰ ਰਹੇ ਸਨ। ਉਹਨਾਂ ਦੇ ਵਿੱਚੋਂ ਇੱਕ ਨਾਮ ਸੀ ਕ੍ਰਿਸ਼ਨ ਭਗਵਾਨ ਸਿੰਘ ਦਾ, ਉਹਨਾਂ ਦੇ ਬੇਟੇ ਨੇ ਸੁਖਰਾਜ ਸਿੰਘ, ਤੇ ਸੁਖਰਾਜ ਸਿੰਘ ਦੇ ਵੱਲੋਂ ਹੀ
ਇਹ ਧਰਨਾ ਪ੍ਰਦਰਸ਼ਨ ਉੱਥੇ ਕੀਤਾ ਜਾ ਰਿਹਾ ਹੈ। ਰੋਡ ਜਾਮ ਕਰ ਦਿੱਤਾ ਗਿਆ ਸੀ, ਫਿਰ ਏਜੀ ਦੀ ਟੀਮ ਉੱਥੇ ਪਹੁੰਚੀ ਹੈ। ਟੀਮ ਦੇ ਵੱਲੋਂ ਭਰੋਸਾ ਦਿਵਾਇਆ ਗਿਆ ਕਿ 3 ਮਹੀਨਿਆਂ ਦੇ ਵਿੱਚ ਜਾਂਚ ਨੂੰ ਅੱਗੇ ਵਧਾਵਾਂਗੇ। 3 ਮਹੀਨੇ ਦਾ ਸਮਾਂ ਮੰਗਿਆ ਗਿਆ। ਇਸ ਬਰਗਾੜੀ ਕਾਂਡ ਦੇ ਉੱਤੇ, ਬੇਅਦਬੀ ਕਾਂਡ ਦੇ ਉੱਤੇ ਸਰਕਾਰ ਦਾ ਸਟੈਂਡ ਪੂਰਾ ਕਲੀਅਰ ਹੈ। ਜੋ ਵਾਅਦਾ ਇਲੈਕਸ਼ਨ ਦੇ ਦੌਰਾਨ ਸਰਕਾਰ ਬਣਨ ਤੋਂ ਪਹਿਲਾਂ ਸੰਗਤਾਂ ਨਾਲ ਕੀਤਾ ਗਿਆ ਸੀ, ਅੱਜ ਵੀ ਸਰਕਾਰ ਉਸੇ ਵਾਅਦੇ ਦੇ ਉੱਤੇ ਕਾਇਮ ਹੈ ਕਿ ਬਰਗਾੜੀ ਕਾਂਡ ਜਾਂ ਬੇਅਦਬੀ ਦੇ ਵਿੱਚ ਮਾਮਲਿਆਂ ਦੇ ਵਿੱਚ ਜੋ ਦੋਸ਼ੀ ਨੇ ਉਹ ਬਖਸ਼ੇ ਨਹੀਂ ਜਾਣਗੇ ਤੇ ਉਹਨਾਂ ਨੂੰ ਅੰਜਾਮ ਤੱਕ ਲਿਜਾਇਆ ਜਾਊਗਾ ਤੇ ਉਹਨਾਂ ਨੂੰ ਜੋ ਕਾਨੂੰਨ ਦੇ ਮੁਤਾਬਕ ਸਜ਼ਾ ਬਣਦੀ ਹੈ ਉਹ ਕੋਰਟ ਦੇ ਵਿੱਚ ਦਵਾਈ ਜਾਊਗੀ। ਉਹ ਜੋ ਸਿੱਟ LK ਯਾਦਵ ਜੀ ਦੀ ਹੈ, ਉਹ ਸਿੱਟ ਜੋ LK ਯਾਦਵ ਦੀ ਹੈ, ਉਹ ਸਿੱਟ ਸਿਰਫ ਕੋਰਟ ਨੂੰ, ਹਾਈ ਕੋਰਟ ਨੂੰ ਹੀ ਆਨਸਰੇਬਲ ਹੈ। ਉਹਦੇ ਵਿੱਚ ਜੋ ਕਾਰਵਾਈ ਹੋ ਰਹੀ ਹੈ ਉਹ ਕੋਰਟ ਦੇ ਅਧੀਨ ਹੋ ਰਹੀ ਹੈ। ਦੂਸਰੀ ਸਿੱਟ ਜੋ ਨੌਨਿਹਾਲ ਜੀ ਦੀ ਸਿੱਟ ਹੈ, ਉਹ ਇੱਕ FIR ਨੰਬਰ 130 ਦੇ ਵਿੱਚ ਆਪਣਾ ਇਨਵੈਸਟੀਗੇਸ਼ਨ ਕਰ ਰਹੀ ਹੈ। ਉਹ ਇਨਵੈਸਟੀਗੇਸ਼ਨ ਅਸੀਂ 3 ਮਹੀਨੇ ਦੇ ਵਿੱਚ, ਉਹ ਜਦੋਂ ਰਿਟਾਂ ਖਤਮ ਹੋ ਜਾਂਦੀਆਂ ਨੇ ਉਹਨਾਂ ਤੋਂ ਬਾਅਦ 3 ਮਹੀਨੇ ਦੇ ਵਿੱਚ ਉਹ ਰਿਟਾਂ ਅਸੀਂ ਖਤਮ ਕਰਕੇ ਇਨਵੈਸਟੀਗੇਸ਼ਨ ਨੂੰ ਅੰਜਾਮ ਤੱਕ ਲੈ ਕੇ ਆਵਾਂਗੇ ਤੇ ਜੋ ਦੋਸ਼ੀ ਨੇ ਉਹਨਾਂ ਨੂੰ ਅਸੀਂ ਕਾਰਵਾਈ ਕਰਕੇ ਉਹਨਾਂ ਦੇ ਖਿਲਾਫ ਕੋਰਟ ਦੇ ਵਿੱਚ ਚਲਾਨ ਪੇਸ਼ ਕਰਾਂਗੇ। ਅੱਗੇ ਵਧਦੇ ਤੇ ਗੱਲ ਹੁਣ ਨਿਯੁਕਤੀਆਂ ਦੀ ਵੀ ਕਰਦੇ ਹਾਂ। ਪੁਲਿਸ ਨਿਯੁਕਤੀਆਂ ਨੂੰ ਲੈ ਕੇ ਵੀ ਸਿਆਸੀ ਸੰਗਰਾਮ ਇਸ ਸਮੇਂ ਪੰਜਾਬ ਦੀ ਸਿਆਸਤ ਦੇ ਵਿੱਚ ਨਜ਼ਰ ਆ ਰਿਹਾ ਹੈ ਔਰ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਵੱਲੋਂ ਕੁੰਵਰ ਵਿਜੇ ਪ੍ਰਤਾਪ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੇ ਦੂਜੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਤੇ ਗੋਗੀ ਕਹਿ ਰਹੇ ਨੇ ਕਿ ਪੁਲਿਸ ਵਿਭਾਗ ਦੇ ਵਿੱਚੋਂ ਆਏ ਨੇ ਕੁੰਵਰ ਵਿਜੇ ਪ੍ਰਤਾਪ, ਰਿਟਾਇਰਮੈਂਟ ਲਈ ਸੀ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕਰੀ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਨਾਰਥ ਤੋਂ ਇਲੈਕਸ਼ਨ ਲੜੀ ਤੇ ਕੁੰਵਰ ਵਿਜੇ ਪ੍ਰਤਾਪ MLA ਬਣ ਗਏ ਤੇ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਕੁਝ ਨਿਯੁਕਤੀਆਂ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਤੇ ਉਸ ਦੇ ਉੱਤੇ ਗੋਗੀ ਕਹਿ ਰਹੇ ਨੇ ਕਿ ਕੁੰਵਰ ਵਿਜੇ ਪ੍ਰਤਾਪ ਦੀ ਕੋਈ ਨਿੱਜੀ ਰੰਜਿਸ਼ ਹੋ ਸਕਦੀ ਹੈ, ਇਸ ਕਰਕੇ ਜਿਹੜੀਆਂ ਨਿਯੁਕਤੀਆਂ ਹੋਈਆਂ ਉਹਨਾਂ ਨੂੰ ਪਸੰਦ ਨਹੀਂ ਆ ਰਹੀਆਂ। ਦਰਅਸਲ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਪੋਸਟ ਪਾ ਕੇ ਪੁਲਿਸ ਨਿਯੁਕਤੀਆਂ ਦੇ ਉੱਤੇ ਇਤਰਾਜ਼ ਜਤਾਇਆ ਸੀ। ਇੰਟੈਲੀਜੈਂਸ ਚੀਫ ਅਤੇ ਅੰਮ੍ਰਿਤਸਰ ਕਮਿਸ਼ਨਰ ਨੂੰ ਲੈ ਕੇ ਸਵਾਲ ਕੀਤੇ ਸਨ। ਹਾਲਾਂਕਿ ਬਾਅਦ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਫੇਸਬੁੱਕ ਪੋਸਟ ਨੂੰ ਐਡਿਟ ਕਰ ਦਿੱਤਾ ਸੀ, ਅਪਡੇਟ ਕਰ ਦਿੱਤਾ ਸੀ, ਯਾਨੀ ਕਿ ਉਸ ਦੇ ਵਿੱਚੋਂ ਕੁਝ ਲਾਈਨਾਂ ਹਟਾ ਦਿੱਤੀਆਂ ਸੀ ਜਿਹੜੀਆਂ ਸਿੱਧੀਆਂ ਟਾਰਗੇਟ ਜਾਂ ਕਹੀਏ ਕਿ ਹਿੱਟ ਕਰਦੀਆਂ ਸੀ ਇਸ ਪੂਰੇ ਫੈਸਲੇ ਨੂੰ। ਉਹ ਇਦਾਂ ਕਿਸੇ ਦੀ ਪ੍ਰਮੋਸ਼ਨ ਨਹੀਂ ਹੁੰਦੀ। ਇਹ ਕੁੰਵਰ ਵਿਜੇ ਪ੍ਰਤਾਪ ਜੀ ਦਾ ਕੋਈ ਆਪ ਦਾ ਜਾਤੀ ਬਿਆਨ ਹੋਣਾ ਹੈਗਾ। ਅਸੀਂ ਜੋ ਕੋਈ ਵੀ ਜੋ ਸਾਡੇ ਭਗਵੰਤ ਮਾਨ ਜੀ ਨੇ, ਕੇਜਰੀਵਾਲ ਸਾਹਿਬ ਨੇ, ਜੋ ਤੇ ਸਾਡੀ ਹਾਈ ਕਮਾਂਡ ਬੈਠੀ ਆ, ਬੜਾ ਸੋਚ ਸਮਝ ਕੇ ਅਸੀਂ ਇੱਕ ਡਿਸੀਜਨ ਲੈ ਰਹੇ ਹੈਗੇ ਆ। ਠੀਕ ਹੈ, ਜੇ ਕੋਈ ਇਦਾਂ ਦੀ ਗੱਲ ਹੋਏਗੀ ਤਾਂ ਉਹਨਾਂ ਨੂੰ ਆਪਣੇ ਆਪ ਹੀ ਪਤਾ ਅਸੀਂ ਪੰਜਾਬ ਦੀ ਛਵੀ ਸੁਧਾਰਨ ਆਏ ਆ, ਨਾ ਕਿ ਅਸੀਂ ਪੰਜਾਬ ਦੀ ਛਵੀ ਖਰਾਬ ਕਰਨ ਆਏ ਹਾਂ। ਗੱਲ ਇਹ ਹੈ ਵੀ ਮੈਂ ਤਾਂ ਤੁਹਾਨੂੰ ਬਾਰ-ਬਾਰ ਕਹਿੰਦਾ ਕੁੰਵਰ ਵਿਜੇ ਪ੍ਰਤਾਪ ਜੀ ਦੀ ਕੋਈ ਆਪ ਦੀ ਹੋਊਗੀ ਗੱਲ ਜਿਹੜੀ ਉਹਨਾਂ ਨੇ ਕੱਢਤੀ ਹੈ ਪਰਸਨਲ ਲੈਵਲ ਤੇ, ਪਾਰਟੀ ਲੈਵਲ ਤੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੈ। ਪਾਰਟੀ ਅਸੀਂ ਸਾਡੀ ਇਕਜੁੱਟ ਆ, ਅਸੀਂ ਸਾਰੇ ਇਕੱਠੇ ਆ, ਇਕਜੁੱਟ ਹੋ ਕੇ ਕੰਮ ਕਰਦੇ ਆ। ਜੇ ਕੋਈ ਕਿਸੇ ਦੇ ਆਪਣੇ ਵਿਚਾਰਿਕ ਮਤਭੇਦ ਹੋਣਗੇ ਕਿਸੇ ਨਾਲ ਜਾਂ ਕੋਈ, ਹੁਣ ਉਹ ਵੀ ਪੁਲਿਸ ਸੀ, ਇੱਕ ਮਿੰਟ ਕੁੰਵਰ ਵਿਜੇ ਪ੍ਰਤਾਪ ਵੀ ਪੁਲਿਸ 'ਚੋਂ ਆਏ ਨੇ, IG ਸੀਗੇ। ਠੀਕ ਆ, ਜਿਹੜਿਆਂ ਦੀ ਤੁਸੀਂ ਕਹਿੰਦੇ ਹੋ ਆਪਸੀ, ਇਹਨਾਂ ਦੀ ਆਪਸੀ ਰੰਜਿਸ਼ ਵੀ ਹੋ ਸਕਦੀ ਹੈ, ਕੁਝ ਵੀ ਹੋ ਸਕਦਾ। ਉਧਰ ਕੁੰਵਰ ਵਿਜੇ ਪ੍ਰਤਾਪ ਦੇ ਬਿਆਨ ਦੇ ਉੱਤੇ ਸਿਆਸੀ ਘਮਸਾਨ ਜਾਰੀ ਹੈ। ਕਾਂਗਰਸ ਤੇ BJP ਨੇ ਮਾਨ ਸਰਕਾਰ ਨੂੰ ਹੁਣ ਘੇਰਿਆ ਤੇ ਸਵਾਲ ਪੁੱਛਿਆ ਜਾ ਰਿਹਾ ਕਿ ਦੋਸ਼ੀਆਂ ਦੇ ਨਾਲ ਸਰਕਾਰ ਨੇ ਸਮਝੌਤਾ ਕਰ ਲਿਆ। ਇਹ BJP ਸਵਾਲ ਪੁੱਛ ਰਹੀ ਹੈ ਤੇ ਦੂਜੇ ਪਾਸੇ ਕਾਂਗਰਸ ਕਹਿ ਰਹੀ ਹੈ ਕਿ ਬੇਅਦਬੀ ਦੇ ਮਾਮਲੇ 'ਚ ਇਨਸਾਫ ਕਿਵੇਂ ਮਿਲੇਗਾ, ਕਿ ਇਹ ਆਮ ਆਦਮੀ ਪਾਰਟੀ ਦਾ ਬਦਲਾਅ ਹੈ। ਦਰਅਸਲ ਕੁੰਵਰ ਵਿਜੇ ਪ੍ਰਤਾਪ ਨੇ ਮਾਨ ਸਰਕਾਰ ਦੇ ਵੱਲੋਂ ਕੀਤੀਆਂ ਪੁਲਿਸ ਨਿਯੁਕਤੀਆਂ ਤੇ ਸਵਾਲ ਚੁੱਕੇ ਨੇ। ਇੰਟੈਲੀਜੈਂਸ ਚੀਫ ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੀ ਨਿਯੁਕਤੀ ਦੇ ਉੱਤੇ ਇਤਰਾਜ਼ ਜਤਾਇਆ ਹੈ। ਉਹਨਾਂ ਕਿਹਾ ਕਿ ਦੋਵੇਂ ਅਫਸਰ ਬੇਅਦਬੀ ਕੇਸ ਦੇ ਵਿੱਚ ਇਨਸਾਫ ਨਾ ਮਿਲਣ ਦੇ ਲਈ ਜ਼ਿੰਮੇਵਾਰ ਨੇ। ਅਫਸਰਾਂ ਨੇ ਸਿਆਸੀ ਪਰਿਵਾਰਾਂ ਨੂੰ ਫਾਇਦਾ ਪਹੁੰਚਾਇਆ। ਇਹ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਫੇਸਬੁੱਕ ਪੋਸਟ ਦੇ ਵਿੱਚ ਕਿਹਾ। ਕੁੰਵਰ ਦੇ ਬਿਆਨ ਤੇ ਵਿਰੋਧੀਆਂ ਨੇ ਵੀ ਹੁਣ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਗਰੰਟੀ 300 ਯੂਨਿਟ ਦੀ ਸੀ ਕਿ ਪਹਿਲੇ ਦਿਨ ਦੇ ਦਾਂਗਾ। ਬਰਗਾੜੀ ਬਹਿਬਲ ਕਲਾਂ ਦੀ ਮੈਨੂੰ ਗੱਲ ਕਰੋ, ਕੰਟਰਡਿਕਸ਼ਨ ਆਈ ਕਿ ਨਹੀਂ? ਲੇਕਿਨ ਮੰਤਰੀ ਕਹਿ ਰਹੇ ਕਹਿੰਦੇ ਪ੍ਰਤਾਪ ਸਿੰਘ, ਇੱਕ ਮਿੰਟ, ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ IG ਸੀ, ਜਿਹਦੀ 13 ਸਾਲ ਦੀ ਅਜੇ ਸਰਵਿਸ ਸੀ, ਉਹ ਛੱਡ ਕੇ ਆਪ ਜੁਆਇਨ ਕੀਤਾ ਤੇ ਆਮ ਚਰਚਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇਹ ਬਰਗਾੜੀ ਤੇ ਬਹਿਬਲ ਕਲਾਂ ਦੇ ਜਿਹੜੇ ਲੋਕਾਂ ਨੇ ਇੰਨਾ ਵੱਡਾ ਪਾਪ ਕੀਤਾ ਉਹਨਾਂ ਦਾ ਪਰਦਾਫਾਸ਼ ਇਹ ਕਰੇਗਾ। ਪਰਦਾਫਾਸ਼ ਕੀ ਕਰਨਾ ਸੀ? ਉਹਦਾ ਕੱਲ ਦਾ ਬਿਆਨ ਆਇਆ ਕਿ ਜਿਸ ਅਫਸਰ ਦੇ ਖਿਲਾਫ ਮੈਂ ਜਿਸ ਸਿੱਟ ਦਾ ਮੈਂਬਰ ਸੀ, 2 ਮੈਂਬਰਸ ਜਿਨ੍ਹਾਂ ਨੇ ਇਹ ਲੋਕਾਂ ਨੂੰ ਨਹੀਂ
ਗ੍ਰਿਫਤਾਰ ਹੋਣ ਦਿੱਤਾ ਜਾਂ ਉਹਨਾਂ ਤੇ ਪਰਦਾ ਪਾ ਕੇ ਰੱਖਿਆ, ਉਹਨਾਂ ਨੂੰ ਤਾਂ ਹੈੱਡ ਬਣਾ ਦਿੱਤਾ ਪੁਲਿਸ ਦਾ ਜੀ, ਪ੍ਰਬੋਧ ਕੁਮਾਰ ਨੂੰ। ਤੇ ਜਿੱਥੇ ਆਲਰੇਡੀ ਹੀ ਹੈਜ਼ ਕੰਟਰਡਿਕਟਡ ਕਿ ਆਈ ਟੋਟਲੀ ਅਪੋਜ਼ ਨਵੀਆਂ ਪੋਸਟਿੰਗਸ ਨੇ। ਤੁਸੀਂ ਸਮਝਦੇ ਹੋ ਕਿ ਸਹੀ ਰਸਤੇ ਤੇ ਚੱਲ ਰਹੇ ਨੇ। ਕਾਂਗਰਸ ਸਵਾਲ ਚੁੱਕ ਰਹੀ ਹੈ ਤਾਂ ਬੀਜੇਪੀ ਦੇ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਨਿਯੁਕਤੀਆਂ ਨੂੰ ਲੈ ਕੇ ਤੇ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਜਤਾਏ ਗਏ ਇਤਰਾਜ਼ ਦੇ ਉੱਤੇ। ਸੁਭਾਸ਼ ਸ਼ਰਮਾ ਬੀਜੇਪੀ ਦੇ ਆਗੂ ਨੇ, ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਉਹਨਾਂ ਨੇ ਲਿਖਿਆ ਕਿ ਕੁੰਵਰ ਵਿਜੇ ਪ੍ਰਤਾਪ ਨੇ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਬਰਗਾੜੀ ਬਾਈਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦੇ ਲਈ ਕੰਮ ਕਰਨ ਵਾਲੇ 2 ਪੁਲਿਸ ਅਧਿਕਾਰੀਆਂ ਨੂੰ ਸਰਕਾਰ ਨੇ ਉੱਚ ਅਹੁਦਿਆਂ ਦੇ ਨਾਲ ਨਵਾਜ਼ਿਆ ਹੈ। ਸੀਐਮ ਮਾਨ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਦੋਸ਼ੀਆਂ ਦੇ ਨਾਲ ਸਰਕਾਰ ਨੇ ਸਮਝੌਤਾ ਕਰ ਲਿਆ ਹੈ। ਹੁਣ ਅੱਗੇ ਵਧਦੇ ਹਾਂ ਤੇ ਖਬਰ ਲਵਾਂਗੇ ਮਾਨਸਾ ਤੋਂ। ਮਾਨਸਾ ਦੇ ਵਿੱਚ ਮੰਤਰੀ ਪਹੁੰਚੇ ਹੋਏ ਸਨ ਡਾਕਟਰ ਵਿਜੇ ਸਿੰਗਲਾ ਤੇ ਇੱਕ ਜਨ ਸਭਾ ਨੂੰ ਸੰਬੋਧਿਤ ਕਰਨ ਦੇ ਲਈ, ਤੇ ਉੱਥੇ ਲੋਕਾਂ ਦੇ ਵੱਲੋਂ ਨਸ਼ੇ ਨੂੰ ਲੈ ਕੇ ਸਵਾਲ ਚੁੱਕੇ ਗਏ ਤੇ ਜਨ ਸਭਾ ਦੇ ਵਿੱਚ, ਭਰੀ ਜਨ ਸਭਾ ਦੇ ਵਿੱਚ ਕੁਝ ਨੌਜਵਾਨਾਂ ਨੇ ਮੰਤਰੀ ਦੇ ਅੱਗੇ ਚਿੱਟਾ ਲਿਆ ਕੇ ਰੱਖ ਦਿੱਤਾ, ਯਾਨੀ ਨਸ਼ਾ ਲਿਆ ਕੇ ਰੱਖ ਦਿੱਤਾ। ਮੰਤਰੀ ਡਾਕਟਰ ਵਿਜੇ ਸਿੰਗਲਾ ਦੀ ਜਨ ਸਭਾ ਦੇ ਵਿੱਚ ਹਾਈ ਵੋਲਟੇਜ ਹੰਗਾਮਾ ਵੇਖਣ ਨੂੰ ਮਿਲਿਆ। ਮਾਨਸਾ ਦੇ ਪਿੰਡ ਜੋਗਾ ਦੇ ਵਿੱਚ ਸੰਬੋਧਨ ਕਰ ਰਹੇ ਸਨ, ਉੱਥੇ ਲੋਕਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਸੀ। ਲੋਕਾਂ ਨੇ ਮੰਤਰੀ ਦੇ ਅੱਗੇ ਲਿਆ ਕੇ ਫਿਰ ਚਿੱਟਾ ਰੱਖ ਦਿੱਤਾ। ਨੌਜਵਾਨ ਤੁਹਾਨੂੰ ਨਜ਼ਰ ਆ ਰਹੇ ਹੋਣਗੇ, ਤਸਵੀਰਾਂ ਵੀ ਨਜ਼ਰ ਆ ਰਹੀਆਂ ਨੇ। ਲੋਕਾਂ ਨੇ ਪੁਲਿਸ ਦੇ ਉੱਤੇ, ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਚੁੱਕੇ ਨੇ ਕਾਰਵਾਈ ਨਾ ਕਰਨ ਦੇ। ਨਸ਼ਾ ਚਿੱਟਾ ਬਹੁਤ ਵੱਡੀ ਸਮੱਸਿਆ, ਸਭ ਨੂੰ ਪਤਾ ਹੈ, ਪਰ ਇਸ ਸਭ ਦੇ ਵਿਚਾਲੇ ਜਦੋਂ ਇਸ ਤਰੀਕੇ ਦੀਆਂ ਤਸਵੀਰਾਂ ਜਾਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਨੌਜਵਾਨ ਸ਼ਰੇਆਮ ਚਿੱਟਾ ਲੈ ਕੇ ਪਹੁੰਚ ਜਾਂਦੇ ਨੇ ਮੰਤਰੀ ਦੀ ਜਨ ਸਭਾ ਦੇ ਵਿੱਚ ਤੇ ਸਵਾਲ ਪੁੱਛਦੇ ਨੇ ਕਿ ਦੇਖੋ ਲਿਆ ਕੇ ਰੱਖ ਦਿੱਤਾ, ਸ਼ਰੇਆਮ ਵਿਕ ਰਿਹਾ, ਕੋਈ ਕੁਝ ਕਰਦਾ ਨਹੀਂ। ਤਾਂ ਹੁਣ ਸਵਾਲ ਬਹੁਤ ਸਾਰੇ ਨੇ ਸਰਕਾਰ ਦੇ ਸਾਹਮਣੇ, ਮੰਤਰੀ ਸਾਹਿਬ ਦੇ ਸਾਹਮਣੇ ਕਿ ਉਹ ਕਿਵੇਂ ਠੱਲ ਪਾਉਣਗੇ, ਇਨਫੈਕਟ ਪੁਲਿਸ ਦੇ ਸਾਹਮਣੇ। ਮੰਤਰੀ ਸਾਹਿਬ ਡਾਕਟਰ ਵਿਜੇ ਸਿੰਗਲਾ ਜੀ ਦਾ ਜੋਗਾ ਵਿਖੇ ਪਹੁੰਚਣ ਤੇ ਬਹੁਤ ਵੀ ਪੁਲਿਸ ਸਾਨੂੰ ਕੁਝ ਨਹੀਂ ਕਹਿੰਦੀ। ਸਾਡੇ ਨੌਜਵਾਨ ਅੱਜ ਖੁਦ ਅੱਗੇ ਆ ਕੇ ਇਸ ਚੀਜ਼ ਤੇ ਕਾਬੂ ਕਰਨਾ ਚਾਹੁੰਦੇ ਆ ਔਰ ਸਰਕਾਰ ਪੂਰੀ ਤਰ੍ਹਾਂ ਇਹਨਾਂ ਨਾਲ ਹੈ। ਪਹਿਲਾਂ ਜਦੋਂ ਵੀ ਇਹਨਾਂ ਨੇ ਕਿਹਾ, ਐਸਐਸਪੀ ਸਾਹਿਬ ਨੂੰ ਪਹਿਲਾਂ ਕਿਹਾ, ਮਨਜੀਤ ਸਿੰਘ ਜੀ ਐਸਐਚਓ ਖੜੇ ਨੇ, ਇੱਕ ਗੱਲ ਤੁਸੀਂ ਧਿਆਨ ਨਾਲ ਸੁਣ ਲਓ, ਪੰਜਾਬ ਸਰਕਾਰ ਵੱਲੋਂ ਇਹ ਸਖਤ ਹਦਾਇਤਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਅਜਿਹੇ ਲੋਕਾਂ ਤੇ ਤੁਰੰਤ ਨੱਥ ਪਾਓ, ਕਿਸੇ ਨਾਲ ਕੋਈ ਕਿਸੇ ਦੀ ਲਿਹਾਜ਼ ਨਹੀਂ। ਜੇ ਇਹ ਮੁੰਡੇ ਫੜ ਸਕਦੇ ਤਾਂ ਪੁਲਿਸ ਕਿਉਂ ਨਹੀਂ ਫੜ ਸਕਦੀ? ਅਸੀਂ ਲੱਖਾਂ ਰੁਪਏ, ਕਰੋੜਾਂ ਰੁਪਏ ਤਨਖਾਹਾਂ ਕਿਸ ਚੀਜ਼ ਲਈ ਦਿੰਦੇ ਆ? ਸੋ ਤੁਹਾਨੂੰ ਸਮਾਂ ਦਿੰਦੇ ਆ 1 ਹਫ਼ਤੇ ਦਾ ਕਿ ਸਾਰੇ ਜਿਹੜੇ ਇਸ ਤਰ੍ਹਾਂ ਦਾ ਕੰਮਕਾਰ ਕਰਨ ਵਾਲੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਹਨਾਂ ਨੂੰ ਸਲਾਖਾਂ ਦੇ ਅੰਦਰ ਦਿਓ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਬਚਾ ਸਕੀਏ। ਕਿਉਂਕਿ ਸਾਡਾ ਸਭ ਤੋਂ ਪਹਿਲਾ ਜਿਹੜਾ ਮਕਸਦ ਹੈ ਕਿ ਸਾਡੀ ਅਸੀਂ ਜਵਾਨੀ ਨੂੰ ਬਚਾਉਣਾ, ਉਹਦੇ ਲਈ ਸਰਕਾਰ 0% ਟੋਲਰੈਂਸ ਹੈ, ਕਿਸੇ ਨਾਲ ਕੋਈ ਲਿਹਾਜ਼ ਨਹੀਂ ਹੈ, ਭਾਵੇਂ ਸਾਡਾ ਕੋਈ ਵਰਕਰ ਹੈ, ਭਾਵੇਂ ਸਾਡੇ ਕੋਈ ਪਰਿਵਾਰ ਦਾ ਮੈਂਬਰ ਹੈ। ਮੈਂ ਪਹਿਲਾਂ ਵੀ ਕਹਿ ਚੁੱਕਿਆ। ਸੋ ਤੁਹਾਨੂੰ ਵੀ ਇਹਦੇ ਲਈ ਕੋਈ ਫੋਨ ਨਹੀਂ ਆਊਗਾ ਕਿ ਆਹ ਤੁਸੀਂ ਫੜਿਆ ਭਈ ਇਹਨੂੰ ਛੱਡ ਦਿਓ। ਮੇਰੇ ਵੱਲੋਂ, ਇਸ ਇਲਾਕੇ ਵੱਲੋਂ, ਸਾਰੇ ਪੰਜਾਬ 'ਚ ਹੀ ਹੈ ਮੇਰੇ ਵੱਲੋਂ, ਇਹ ਹੈ ਸਮਝ ਲਓ। ਤਾਂ ਮੰਤਰੀ ਸਾਹਿਬ ਆਪਣੇ ਹਲਕੇ ਦੇ ਵਿੱਚ ਪਹੁੰਚੇ ਸੀ ਲੋਕਾਂ ਨਾਲ ਮੁਲਾਕਾਤ ਕਰਨ ਦੇ ਲਈ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਹਲਕੇ ਦੇ ਵਿੱਚ ਪਹੁੰਚੇ। ਵਿਧਾਨ ਸਭਾ ਹਲਕਾ ਧੂਰੀ ਤੋਂ ਜਿੱਤੇ ਨੇ ਇਸ ਵਾਰ, ਜਿੱਥੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਹਰ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਦਾ ਦਫ਼ਤਰ ਖੋਲ੍ਹਿਆ ਜਾਵੇਗਾ। ਜੀ ਹਾਂ, ਹਰ ਜ਼ਿਲ੍ਹਾ ਮਤਲਬ 23 ਜ਼ਿਲ੍ਹੇ 23 ਨਵੇਂ ਦਫ਼ਤਰ। ਸੀਐਮ ਮਾਨ ਦਾ ਇਹ ਬਿਆਨ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਆਪਣੀ ਸ਼ਿਕਾਇਤ ਸੀਐਮ ਤੱਕ ਪਹੁੰਚਾਉਣ ਦੇ ਲਈ ਚੰਡੀਗੜ੍ਹ ਦੇ ਗੇੜੇ ਲਾਉਣੇ ਪੈਂਦੇ ਸਨ। ਉਹਨਾਂ ਲਈ ਮਾਨ ਸਰਕਾਰ ਨੇ ਨਵਾਂ ਐਲਾਨ ਕੀਤਾ ਹੈ, ਜਿਸ ਨਾਲ ਹੁਣ ਉਹ ਚੰਡੀਗੜ੍ਹ ਨਹੀਂ ਸਗੋਂ ਆਪਣੇ ਜ਼ਿਲ੍ਹੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਸਕਦੇ ਨੇ। ਹਰ ਡਿਸਟ੍ਰਿਕਟ ਦੇ ਵਿੱਚ ਮੁੱਖ ਮੰਤਰੀ ਦਾ ਇੱਕ ਆਫਿਸ ਹੋਊਗਾ। ਜ਼ਰੂਰੀ ਨਹੀਂ ਕਿ ਉਹਨਾਂ ਨੇ ਚੰਡੀਗੜ੍ਹ ਹੀ ਜਾਣਾ ਹੈ, ਨਾਲੇ ਤਾਂ ਤੇਲ ਬਚੂਗਾ, ਨਾਲੇ ਦਿਹਾੜੀ ਬਚੂਗੀ, ਦਿਨ ਫੁੱਟ ਦਾ ਪੂਰਾ। ਤੇ ਉੱਥੇ ਨੋਡਲ ਆਫਿਸਰ ਬਿਠਾਏ ਜਾਣਗੇ। ਕੰਪਿਊਟਰ ਦੇ ਵਿੱਚ ਉਹਨਾਂ ਦੀ ਜਿਹੜੀ ਮੰਗ ਹੈ ਉਹ ਜਿਹੜੀ ਫੀਡ ਕਰਕੇ, ਸੇਵ ਕਰਕੇ, ਸਕੈਨ ਕਰਕੇ ਉਹ ਤੋਂ ਬਾਅਦ ਉਹਨੂੰ ਰਸੀਦ ਦੇਵਾਂਗੇ। ਉਹ CMO ਆਫਿਸ 'ਚ ਪਹੁੰਚੂਗੀ। ਉੱਥੇ ਆਫਿਸਰ ਜਿਹੜੇ ਨੇ ਸਾਰੀਆਂ ਚੀਜ਼ਾਂ ਦੀ ਗੌਰ ਕਰਨਗੇ। ਧੂਰੀ ਦੌਰੇ ਤੇ ਗਏ ਭਗਵੰਤ ਮਾਨ ਨੇ ਕਿਹਾ ਕਿ ਹਰਾ ਪੈਨ ਮਿਲਿਆ, ਉਸ ਦੀ ਵਰਤੋਂ ਵੀ ਸਹੀ ਢੰਗ ਦੇ ਨਾਲ ਹੋਵੇਗੀ। ਨਾਲੇ ਕਿਹਾ ਕਿ ਸਾਰੇ ਵਾਅਦੇ ਪੂਰੇ ਹੋਣਗੇ, ਪਰ ਥੋੜਾ ਇੰਤਜ਼ਾਰ ਕਰੋ। ਕਿ ਜੋ ਪੈਨ ਦਿੱਤਾ ਹੈ ਉਹਨੂੰ ਲੋਕਾਂ ਦੇ ਹੱਕ 'ਚ ਚਲਾਉਣ ਦਾ ਬਲ ਬਖਸ਼ੇ ਪ੍ਰਮਾਤਮਾ, ਸਮੱਤ ਬਖਸ਼ੇ, ਔਰ ਪੰਜਾਬ ਨੂੰ ਅਸੀਂ ਰੰਗਲਾ, ਹੱਸਦਾ, ਖੇਡਦਾ ਬਣਾ ਸਕੀਏ। ਸੱਤਾ ਦੇ ਵਿੱਚ ਆਉਂਦੇ ਮਾਨ ਸਰਕਾਰ ਨੇ ਕਈ ਵੱਡੇ ਐਲਾਨ ਕੀਤੇ ਜਿਨ੍ਹਾਂ ਨੂੰ ਪੂਰੇ ਕਰਨ ਦੇ ਵਿੱਚ ਸਮਾਂ ਲੱਗ ਰਿਹਾ ਹੈ, ਤੇ ਭਗਵੰਤ ਮਾਨ ਨੇ ਕਿਹਾ ਕਿ ਵਾਅਦੇ ਪੂਰੇ ਕਰਨ ਦੇ ਲਈ ਲੋਕਾਂ ਤੋਂ ਥੋੜਾ ਸਮਾਂ ਮੰਗਿਆ। ਧੂਰੀ ਤੋਂ ਚਰਨਜੀਤ ਕੌਸ਼ਲ, ਨਿਊਜ਼ 18 ਪੰਜਾਬ। ਤਾਂ
ਹਰ ਜ਼ਿਲ੍ਹੇ ਦੇ ਵਿੱਚ ਸੀਐਮ ਦਫ਼ਤਰ ਹੋਏਗਾ, ਪਾਲਿਸੀਜ਼ ਬਣਾਈਆਂ ਜਾਂਦੀਆਂ ਨੇ ਜਾਂ ਦਫ਼ਤਰ ਖੋਲੇ ਜਾਂਦੇ ਨੇ, ਇੰਪਲੀਮੈਂਟ ਕਿਵੇਂ ਹੁੰਦੇ ਨੇ? ਕਿ ਇਹਨਾਂ ਸੀਐਮ ਆਫਿਸਿਸ ਦੇ ਨਾਲ ਪੰਜਾਬ ਦੇ ਲੋਕਾਂ ਦੀ, ਹਰ ਜ਼ਿਲ੍ਹਿਆਂ ਦੇ ਲੋਕਾਂ ਦੀ ਸਮੱਸਿਆਵਾਂ ਹੱਲ ਹੋ ਜਾਣਗੀਆਂ? ਇਹੀ ਵੱਡਾ ਸਵਾਲ ਹੈ ਜੋ ਲੋਕ ਜਾਣਨਾ ਚਾਹੁੰਦੇ ਨੇ। ਹੁਣ ਅੱਗੇ ਵਧਦੇ ਹਾਂ ਤੇ ਗੱਲ ਫਿਰੋਜ਼ਪੁਰ ਦੀ ਕਰਾਂਗੇ। ਫਿਰੋਜ਼ਪੁਰ ਦੇ ਪਿੰਡ ਪੰਜੇ ਕੇ ਉਤਾੜ ਦੇ ਵਿੱਚ ਕਿਸਾਨਾਂ ਨੇ ਪ੍ਰੀਪੇਡ ਮੀਟਰਾਂ ਦਾ ਵਿਰੋਧ ਕੀਤਾ। ਜ਼ਬਰਦਸਤ ਵਿਰੋਧ ਹੋਇਆ। ਬਿਜਲੀ ਵਿਭਾਗ ਦੇ ਵੱਲੋਂ ਲਗਾਏ ਗਏ ਮੀਟਰਾਂ ਨੂੰ ਕਿਸਾਨਾਂ ਨੇ ਪੁੱਟ ਕੇ ਸੁੱਟ ਦਿੱਤਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਵਿਰੋਧ ਕੀਤਾ ਤੇ ਜਥੇਬੰਦੀ ਦੇ ਲੀਡਰਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਪ੍ਰੀਪੇਡ ਮੀਟਰ ਤਾਂ ਅਸੀਂ ਨਹੀਂ ਲੱਗਣ ਦੇਵਾਂਗੇ, ਬਿਜਲੀ ਦਾ ਨਿੱਜੀਕਰਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਹਰਨੇਕ ਸਿੰਘ ਮਹਿਮਾ ਉੱਥੇ ਸਨ ਤੇ ਜਿਨ੍ਹਾਂ ਦੇ ਵੱਲੋਂ ਇਹ ਜ਼ਬਰਦਸਤ ਵਿਰੋਧ ਕੀਤਾ ਗਿਆ ਕਿਸਾਨ ਆਗੂਆਂ ਦੇ ਵੱਲੋਂ। ਪੰਜਾਬ ਦੇ ਬਿਜਲੀ ਮੰਤਰੀ ਦਾ ਬਿਆਨ ਆਇਆ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਮੀਟਰ ਲੱਗਣ ਜਾ ਰਹੇ ਨੇ ਉਹ ਚਿਪ ਵਾਲੇ ਮੀਟਰ ਨਹੀਂ, ਸਮਾਰਟ ਮੀਟਰ ਨੇ। ਅਸੀਂ ਉਦੋਂ ਤੋਂ ਲੈ ਕੇ ਆਪਦਾ ਫੈਸਲਾ ਕਰ ਲਿਆ ਸੀ ਕਿ ਪੰਜਾਬ ਦੇ ਵਿੱਚ ਕਿਤੇ ਵੀ ਅਸੀਂ ਇਹ ਸਮਾਰਟ ਮੀਟਰ ਨਹੀਂ ਲੱਗਣ ਦੇਵਾਂਗੇ, ਕਿਉਂਕਿ ਜਿਨ੍ਹਾਂ ਨੂੰ ਸਮਾਰਟ ਮੀਟਰ ਬੋਲਿਆ ਜਾ ਰਿਹਾ ਅਸਲ ਦੇ ਵਿੱਚ ਇਹੀ ਚਿਪ ਵਾਲੇ ਮੀਟਰ ਨੇ। ਜਦੋਂ ਇਹ ਹਾਲ ਦੀ ਘੜੀ ਇਹਨਾਂ ਮੀਟਰਾਂ ਨੂੰ ਡਾਇਰੈਕਟ ਤਾਰਾਂ ਲਾ ਕੇ ਜਿਵੇਂ ਉਹ ਪੁਰਾਣੇ ਮੀਟਰ ਚੱਲਦੇ ਸੀ ਉਵੇਂ ਚਲਾਇਆ ਗਿਆ ਹੈ, ਪਰ ਆਉਣ ਵਾਲੇ ਦਿਨਾਂ 'ਚ ਇਹਨਾਂ ਮੀਟਰਾਂ ਨੂੰ ਹੀ ਪ੍ਰੀਪੇਡ ਦੇ ਤੌਰ ਤੇ ਵਰਤਿਆ ਜਾਏਗਾ। ਇਹਨਾਂ ਮੀਟਰਾਂ ਦੇ ਵਿੱਚ ਹੀ ਉਹ ਚਿਪ ਪਾ ਕੇ ਜਿਹੜੀ ਮੋਬਾਈਲ 'ਚ ਪੈਂਦੀ ਏ ਤਾਂ ਉਹ ਜਿਹੜਾ ਪ੍ਰੀਪੇਡ ਦੇ ਰੂਪ ਵਿੱਚ ਇਹਨਾਂ ਨੂੰ ਚਲਾਇਆ ਜਾਏਗਾ, ਜਿਹਦਾ ਮਤਲਬ ਹੋਵੇਗਾ ਕਿ ਪੈਸੇ ਦਿਓ ਤੇ ਬਿਜਲੀ ਲੈ ਲਓ। ਜਦੋਂ ਕਿ ਅੱਜ ਤੱਕ ਸਾਡਾ ਸਿਸਟਮ ਚੱਲਦਾ ਕਿ ਅਸੀਂ ਬਿਜਲੀ ਲੈਨੇ ਆ, ਬਿਜਲੀ ਵਰਤਨੇ ਆ, 2 ਮਹੀਨਿਆਂ ਬਾਅਦ ਪੈਸੇ ਦਿੰਨੇ ਆ, ਪਰ ਹੁਣ ਜਦੋਂ ਚਿਪ ਵਾਲੇ ਮੀਟਰ ਆਉਣਗੇ ਤੇ ਉਹਦਾ ਮਤਲਬ ਹੋਵੇਗਾ ਜਿੰਨੇ ਪੈਸੇ ਗਏ ਉਨੀ ਬਿਜਲੀ ਲੈ ਲਓ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਕਣਕ ਦੀ ਖਰੀਦੀ ਮੰਡੀਆਂ ਦੀ। ਮਲੋਟ ਦੇ ਪਿੰਡ ਖੁੱਡੀਆਂ ਦੇ ਵਿੱਚ ਕਿਸਾਨਾਂ ਨੇ ਮੰਡੀ ਦੇ ਵਿੱਚ ਪ੍ਰਬੰਧ ਨਾ ਹੋਣ ਦੇ ਇਲਜ਼ਾਮ ਲਗਾਏ ਨੇ। ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਮੰਡੀ ਦੇ ਵਿੱਚ ਫਸਲ ਦੀ ਬੋਲੀ ਵੀ ਸ਼ੁਰੂ ਨਹੀਂ ਹੋਈ ਹੈ, ਜਿਸ ਕਰਕੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਕਿਸਾਨਾਂ ਤੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਮੰਡੀਆਂ ਦੇ ਵਿੱਚ ਪਾਣੀ ਦੇ ਨਲਕੇ ਲਗਵਾਏ ਗਏ ਹਨ ਜੋ ਧਰਤੀ ਹੇਠਲਾ ਪਾਣੀ ਪੀਣ ਯੋਗ ਹੈ ਹੀ ਨਹੀਂ, ਜਿਸ ਨਾਲ ਬਿਮਾਰੀ ਦਾ ਸ਼ਿਕਾਰ ਹੋਣ ਦਾ ਵੀ ਉਹਨਾਂ ਨੂੰ ਡਰ ਹੈ। ਉਧਰ ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਸ਼ਮਸ਼ੇਰ ਸਿੰਘ ਨੇ ਮੰਨਿਆ ਕਿ ਖਰੀਦ ਦੇ ਵਿੱਚ ਦੇਰੀ ਹੋਈ ਹੈ ਤੇ ਹੁਣ ਅਨਾਜ ਮੰਡੀ ਦੇ ਵਿੱਚ ਬੋਲੀ ਲਗਵਾਉਣੀ ਸ਼ੁਰੂ ਕਰ ਦਿੱਤੀ ਗਈ ਹੈ, ਪਰ ਮੰਡੀ ਦੇ ਵਿੱਚ ਪੀਣ ਵਾਲੇ ਪਾਣੀ ਦੇ ਲਈ ਆਰਓ ਦੇ ਲਈ ਕੋਈ ਫੰਡ ਨਹੀਂ ਆਇਆ, ਜਿਸ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੈਰ ਪ੍ਰਬੰਧ ਪੂਰੇ ਨੇ, ਬਿਲਕੁਲ ਤਿਆਰ ਆ। ਇਹ ਬਹੁਤ ਸਾਰੇ ਬਿਆਨ 1 ਤਰੀਕ ਦੇ ਨੇੜੇ ਤੁਸੀਂ ਸੁਣੇ ਹੋਣਗੇ। ਦਰਅਸਲ ਸਰਕਾਰੀ ਖਰੀਦ ਸ਼ੁਰੂ ਹੋ ਜਾਂਦੀ ਹੈ 1 ਤਰੀਕ ਤੋਂ, 1 ਅਪ੍ਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਜਾਂਦੀ ਹੈ, ਪਰ ਮੰਡੀਆਂ ਦੇ ਵਿੱਚ ਫਸਲ ਆਉਂਦੀ ਹੈ ਹੌਲੀ ਹੌਲੀ 3, 4, 5, 6, 7 ਤਰੀਕ ਤੱਕ। ਪਰ ਜਦੋਂ ਤੱਕ ਆਉਂਦੀ ਹੈ ਉਸ ਟਾਈਮ ਤੱਕ ਤਾਂ ਪ੍ਰਬੰਧ ਮੁਕੰਮਲ ਹੋ ਜਾਂਦੇ ਨੇ। ਪਰ ਇਸ ਵਾਰ ਮਲੋਟ ਦੀ ਮੰਡੀ ਹੈ ਪਿੰਡ ਖੁੱਡੀਆਂ ਦੀ, ਔਰ ਇੱਥੇ ਕਣਕ ਦੀਆਂ ਢੇਰੀਆਂ ਦੱਸ ਰਹੀਆਂ ਨੇ ਕਿ ਬੋਲੀ ਤਾਂ ਨਹੀਂ ਲੱਗੀ, ਹਾਲਾਂਕਿ ਬਾਅਦ ਦੇ ਵਿੱਚ ਜ਼ਰੂਰ ਦਾਅਵਾ ਕੀਤਾ ਗਿਆ ਕਿ ਸ਼ੁਰੂ ਕਰਵਾ ਦਿੱਤੀ ਗਈ ਹੈ ਬੋਲੀ ਲੱਗਣੀ। ਕੰਮ ਕਰਦੇ ਆ ਜੀ ਅਸੀਂ, ਪੱਖਾ ਲਾਈ ਜਾਂਦੇ ਆ ਤੇ ਉਸ ਤੋਂ ਬਾਅਦ ਜੀ ਸਾਨੂੰ ਕੋਈ ਬੋਰੀਆਂ ਦੀ ਸਹੂਲਤ ਨਹੀਂ ਗੀ, ਨਾ ਕਾਸੇ ਦੀ ਸਹੂਲਤ ਨਹੀਂ ਗੀ। ਉਧਰੋਂ ਨਾ ਸਾਨੂੰ ਪਾਣੀ ਚੰਗਾ ਮਿਲਦਾ ਜੀ। ਇੱਥੇ ਬੋਲੀ ਕੋਈ ਬੋਲੀ ਨਹੀਂ ਆਈ ਜੀ। ਜਿੰਨਾ ਚੱਕਰ ਅਸੀਂ ਬੋਰੀਆਂ ਨਹੀਂ ਭਰਦੇ ਉਹਨਾਂ ਚੱਕਰ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ। ਕਿੰਨੇ ਦਿਨ ਹੋ ਗਏ ਤੁਹਾਨੂੰ ਬੋਲੀ? ਸਾਨੂੰ ਜੀ 10 ਦਿਨ ਹੋ ਗਏ ਘੱਟੋ ਘੱਟ ਬੈਠਾ ਨੂੰ ਇੱਥੇ। ਸਾਡੇ ਮੰਡੀ 'ਚ ਹਜੇ ਤਾਈਂ ਮਤਲਬ ਕੋਈ ਖਰੀਦ ਨਹੀਂ ਆਈ। ਕਿੰਨਾ ਕੁ ਮਤਲਬ ਹੁਣ ਅੱਜ ਕਿੰਨੀ ਤਰੀਕ ਹੋ ਗਈ ਹੈ? ਅੱਜ 10 ਤਰੀਕ ਹੈ। 10 ਤਰੀਕ ਤੱਕ ਤਾਂ ਹਜੇ ਫਿਲਹਾਲ ਕੋਈ ਖਰੀਦ ਨਹੀਂ ਆਈ। ਕਿੰਨੀ ਕੁ ਕਣਕ ਹੁੰਦੀ ਹੈ ਮਤਲਬ? ਕਣਕ ਤਾਂ ਜੀ ਆਹ ਭਰੀ ਪਈ ਹੈ ਮੰਡੀ ਸਾਰੀ, ਤੁਸੀਂ ਦੇਖ ਲਓ, ਨਿਗਾਹ ਮਾਰੋ, ਤਕਰੀਬਨ ਸਾਰੀ ਭਰੀ ਪਈ ਹੈ। ਨਾ ਜੀ ਹਲੇ ਤੱਕ ਕੁਝ ਵੀ ਨਹੀਂ ਆਇਆ ਜੀ, ਨਾ ਕੋਈ ਬਾਰਦਾਨਾ ਨਾ ਕੋਈ ਬੋਲੀ। ਮਾਲ ਵਧੀ ਜਾਂਦਾ ਹੈ ਤੇ ਸਿੱਟਣ ਨੂੰ ਜਗ੍ਹਾ ਨਹੀਂ ਮਿਲਣੀ ਗੀ, ਫਿਰ ਕੱਚੇ ਥਾਂ 'ਚ ਜਾਣਾ ਪਊਗਾ ਜੀ। ਉਧਰ ਨਜਾਇਜ਼ ਮਾਈਨਿੰਗ ਦੇ ਖਿਲਾਫ ਪੰਜਾਬ ਸਰਕਾਰ ਦੀ ਸਖਤੀ ਤੋਂ ਬਾਅਦ ਮਾਰਕੀਟ ਦੇ ਵਿੱਚ ਲੋਕਾਂ ਨੂੰ ਰੇਤਾ ਨਹੀਂ ਮਿਲ ਰਿਹਾ, ਜਿਸ ਕਰਕੇ ਆਮ ਲੋਕਾਂ ਦੇ ਨਾਲ ਦੁਕਾਨਦਾਰ ਤੇ ਮਜ਼ਦੂਰ ਦੋਵੇਂ ਪਰੇਸ਼ਾਨ ਹੋ ਰਹੇ ਨੇ। ਫਾਜ਼ਿਲਕਾ ਦੇ ਵਿੱਚ ਮਜ਼ਦੂਰਾਂ ਨੂੰ ਤਾਂ 2 ਵਕਤ ਦੀ ਰੋਟੀ ਦੇ ਵੀ ਲਾਲੇ ਪਏ ਨੇ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੀਮੈਂਟ, ਸਰੀਏ ਤੇ ਬਜਰੀ ਦੀ ਸੇਲ ਉਸ ਵੇਲੇ ਹੁੰਦੀ ਹੈ ਜਾਂ ਹੋ ਸਕਦੀ ਹੈ ਜਦੋਂ ਲੋਕਾਂ ਨੂੰ ਰੇਤ ਮਿਲੇਗਾ। ਉਧਰ ਘਰ ਬਣਾਉਣ ਵਾਲੇ ਮਜ਼ਦੂਰ ਅਤੇ ਮਿਸਤਰੀਆਂ ਦੇ ਲਈ ਵੀ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਗਿਆ। ਦੁਕਾਨਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਪਾਲਿਸੀ ਲਿਆਂਦੀ ਜਾਵੇ। ਬਹੁਤ ਸਿੱਧੀ ਜੀ ਗੱਲ ਹੈ ਕਿ ਜੇਕਰ ਖੱਡਾਂ ਦੇ ਉੱਤੇ 2 ਚੀਜ਼ਾਂ ਨੇ, ਜਾਂ ਤਾਂ ਖੱਡਾਂ ਨੂੰ ਬਿਲਕੁਲ ਛੱਡ ਦਿਓ, ਜਿਵੇਂ ਚੱਲ ਰਹੇ ਉਵੇਂ ਚੱਲਣ ਦਿਓ। ਜੇਕਰ ਸਖਤੀ ਹੁੰਦੀ ਹੈ ਤਾਂ ਫਿਰ ਜਿਹੜੀ ਸਪਲਾਈ ਉਹ ਡਾਊਨ ਜਾਏਗੀ। ਤਾਂ ਜੇ ਸਪਲਾਈ ਡਾਊਨ ਜਾ ਰਹੀ ਹੈ, ਡਿਮਾਂਡ ਜ਼ਿਆਦਾ ਹੈ, ਤਾਂ ਫਿਰ ਰੇਟ ਵੀ ਵਧਣਗੇ ਤੇ ਦੂਜੇ ਪਾਸੇ ਲੋਕਾਂ ਨੂੰ ਰੇਤ ਮਿਲੇਗਾ ਵੀ ਨਹੀਂ। ਇਸੇ ਕਰਕੇ ਇੱਕ ਦਿਨ ਪਹਿਲਾਂ ਸਿੱਧੂ ਨੇ ਇਲਜ਼ਾਮ ਲਗਾਇਆ ਸੀ ਕਿ 9000 ਦੀ ਟਰਾਲੀ ਵਿਕ ਰਹੀ ਹੈ ਜੋ ਪਹਿਲਾਂ 6000 ਦੀ ਸੀ। ਤਾਂ ਜੋ ਲੋਕ ਘਰ ਬਣਾ ਰਹੇ ਨੇ ਤਾਂ ਉਹਨਾਂ ਦੇ ਲਈ ਤਾਂ ਬਹੁਤ ਦਿੱਕਤ ਹੈ ਕਿ ਜੇ ਪਹਿਲਾਂ 24, 25, 26 ਰੁਪਏ ਫੁੱਟ ਰੇਤਾ ਮਿਲ ਰਿਹਾ ਸੀ, ਜੋ ਅੱਜ 30, 35 ਰੁਪਏ ਮਿਲ ਰਿਹਾ ਹੈ, ਤਾਂ ਫਿਰ ਦਿੱਕਤ ਤਾਂ ਉਹਨਾਂ ਦੇ ਲਈ ਹੋਏਗੀ।
ਬੇਨਤੀ ਹੈ ਕਿ ਰੇਤਾ ਜਿਹੜਾ ਜਮਾ ਬੰਦ ਹੈ, ਮਿਹਰਬਾਨੀ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਰੇਤਾ ਖੋਲ੍ਹਿਆ ਜਾਵੇ, ਜੋ ਕਿ ਰੇਤਾ ਖੁੱਲ੍ਹਣ ਦੇ ਨਾਲ ਹੀ ਮਜ਼ਦੂਰ ਦੀ ਦਿਹਾੜੀ ਦਾ ਕੰਮ ਚੱਲਦਾ ਹੈ। ਅੱਜ ਤੋਂ 2 ਸਾਲ ਹੋ ਗਏ ਰੇਤੇ ਦਾ ਕੰਮ ਬਿਲਕੁਲ ਬੰਦ ਹੈ। ਭਗਵੰਤ ਮਾਨ ਜੀ ਨੇ ਵੀ ਕਿਹਾ ਸੀ ਕਿ ਜਦੋਂ ਸਰਕਾਰ ਬਣ ਗਈ ਉਸ ਤੋਂ ਬਾਅਦ ਰੇਤਾ ਖੋਲ੍ਹ ਦਿੱਤਾ ਜਾਵੇਗਾ, ਜੋ ਕਿ ਅਜੇ ਤੱਕ ਰੇਤਾ ਨਹੀਂ ਖੋਲ੍ਹਿਆ ਗਿਆ। ਹਜ਼ਾਰਾਂ ਦੀ ਗਿਣਤੀ 'ਚ ਮਜ਼ਦੂਰ ਘਰ ਨੂੰ ਵਿਹਲੇ ਜਾਂਦੇ ਹਨ। ਮਿਹਰਬਾਨੀ ਕਰਕੇ ਰੇਤੇ ਦਾ ਇੰਤਜ਼ਾਮ ਕੀਤਾ ਜਾਵੇ, ਜੋ ਕਿ ਮਜ਼ਦੂਰ ਦੀ ਦਿਹਾੜੀ ਲੱਗ ਸਕੇ। ਮੰਗ ਵੀਰ ਜੀ ਸਾਡੀ ਇਸ ਤਰ੍ਹਾਂ ਹੈਗੀ ਵੀ ਸਾਡੇ ਜਿੰਨੇ ਮਜ਼ਦੂਰ ਹੈਗੇ ਨੇ ਕੰਮ ਕਰ ਕੋਈ ਨਹੀਂਗਾ, ਵਿਹਲੇ ਹੈਗੇ ਨੇ। ਅੱਜ ਤੋਂ ਕਾਫੀ ਦਿਨ ਹੋ ਗਏ ਨੇ ਜਦੋਂ ਦਾ ਇਲੈਕਸ਼ਨ ਸਾਡਾ ਹੋਇਆ ਹੈ, ਜਦੋਂ ਉਹਦਾ ਤੇ ਕੋਈ ਕੰਮ ਨਹੀਂ। ਕੰਮ ਇਸ ਤਰ੍ਹਾਂ ਕਿਉਂ ਨਹੀਂ ਹੈ ਵੀ ਜਿਹੜਾ ਰੇਤਾ ਹੈ ਉਹ ਬੰਦ ਹੈ। ਕੋਈ ਮਾੜਾ ਬੰਦਾ ਵੀ ਆਦੀ ਘਰੇ ਵਿਸਾਰੀ ਨਹੀਂ ਲਾ ਸਕਦਾ। ਫਰਕ ਪੂਰਾ ਪਿਆ ਜੀ ਰੇਤੇ ਨਾਲ। ਰੇਤਾ ਬੰਦ ਹੈ। ਪੰਜਾਬ ਸਰਕਾਰ ਨੂੰ ਪੀਲੇ ਰੇਤੇ ਨੂੰ ਜਲਦੀ ਹੱਲ ਕੀਤਾ ਜਾਵੇ, ਜਿਹਦੇ ਕਿ ਸਾਡੇ ਕਾਰੋਬਾਰ ਠੱਪੇ ਨੇ। ਨਾ ਕੋਈ ਬਿਜਲੀ ਦੀ ਲਾਗਤ ਹੈ, ਨਾ ਕੋਈ ਸੀਮਿੰਟ ਦੀ ਲਾਗਤ ਹੈ, ਨਾ ਕੋਈ ਸੇਲ ਲਾਗਤ ਹੈ, ਸਿਰਫ ਰੇਤੇ ਕਰਕੇ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਲਵਾਂਗੇ ਜ਼ੀਰਕਪੁਰ ਤੋਂ। ਜ਼ੀਰਕਪੁਰ ਦੇ VIP ਰੋਡ ਮਾਰਕੀਟ ਦੇ ਵਿੱਚ 4 ਦਿਨਾਂ ਤੋਂ ਬਿਜਲੀ ਬੰਦ ਪਈ ਹੈ, ਜਿਸ ਕਰਕੇ ਪਰੇਸ਼ਾਨ ਦੁਕਾਨਦਾਰਾਂ ਦਾ ਗੁੱਸਾ ਫੁੱਟਿਆ। ਮਾਰਕੀਟ ਪ੍ਰਧਾਨ ਅਤੇ ਹੋਰ ਦੁਕਾਨਦਾਰਾਂ ਦੇ ਵੱਲੋਂ ਰੋਸ ਜਤਾਇਆ ਗਿਆ। ਦਰਅਸਲ ਮਾਰਕੀਟ ਦਾ 22 ਲੱਖ ਰੁਪਏ ਦਾ ਬਿਜਲੀ ਦਾ ਬਿੱਲ ਪੈਂਡਿੰਗ ਹੈ, ਜਿਸ ਕਰਕੇ ਪਾਵਰਕਾਮ ਦੇ ਕਨੈਕਸ਼ਨ ਕੱਟ ਦਿੱਤੇ ਗਏ ਨੇ। ਦੁਕਾਨਦਾਰਾਂ ਦਾ ਇਲਜ਼ਾਮ ਹੈ ਕਿ ਆਪਸੀ ਝਗੜੇ ਦੇ ਕਾਰਨ ਬਿੱਲ ਨਹੀਂ ਭਰੇ ਜਾ ਰਹੇ। ਦੁਕਾਨਦਾਰਾਂ ਨੇ ਮਾਰਕੀਟ ਪ੍ਰਧਾਨ ਤੇ ਵੀ ਇਲਜ਼ਾਮ ਲਗਾਏ ਕਿ ਉਹਨਾਂ ਨੇ ਬਿਜਲੀ ਦੇ ਬਿੱਲ ਦੇ ਪੈਸੇ ਐਡਵਾਂਸ ਦੇ ਵਿੱਚ ਦਿੱਤੇ ਹੋਏ ਨੇ, ਪਰ ਬਿੱਲ ਨਾ ਭਰਨ ਕਾਰਨ ਹੁਣ ਪਾਵਰਕਾਮ ਨੇ ਉਹਨਾਂ ਦੇ ਕਨੈਕਸ਼ਨ ਕੱਟ ਦਿੱਤੇ ਨੇ। 4 ਦਿਨ ਤੋਂ ਬਿਜਲੀ ਨਹੀਂ ਆ ਰਹੀ ਔਰ ਲੋਕ ਜਨਰੇਟਰ ਦਾ ਇਸਤੇਮਾਲ ਕਰ ਰਹੇ ਨੇ। ਉਹ ਬਹੁਤ ਜ਼ਿਆਦਾ ਮਹਿੰਗਾ ਪਏਗਾ, ਆਪਾਂ ਸਾਰੇ ਜਾਣਦੇ ਹਾਂ, ਤੇ ਉਸ ਵਜ੍ਹਾ ਦੇ ਨਾਲ ਦੁਕਾਨਦਾਰਾਂ ਦਾ ਗੁੱਸਾ ਵੀ ਫੁੱਟਦਾ ਹੋਇਆ ਨਜ਼ਰ ਆਇਆ। ਲਗਾਤਾਰ ਗਰਮੀ ਦੇ ਚਲਦੇ ਹੁਣ ਲੋਕਾਂ ਦਾ ਬੁਰਾ ਹਾਲ ਹੈ। ਬਿਜਲੀ ਨੂੰ ਲੈ ਕੇ ਵੀ ਸਰਕਾਰਾਂ ਵੀ ਕੋਸ਼ਿਸ਼ ਕਰ ਰਹੀਆਂ ਹੈ, ਫ੍ਰੀ ਯੂਨਿਟ ਦੀ ਵੀ ਗੱਲ ਕੀਤੀ ਜਾ ਰਹੀ ਹੈ, ਲੇਕਿਨ SAS ਨਗਰ ਜ਼ੀਰਕਪੁਰ ਵਿੱਚ ਇੱਕ ਇਸ ਤਰ੍ਹਾਂ ਦੀ ਮਾਰਕੀਟ ਹੈ ਜਿੱਥੇ ਪਿਛਲੇ 4-5 ਦਿਨ ਤੋਂ ਬਿਜਲੀ ਨਹੀਂ ਹੈ। ਮਾਰਕੀਟ 'ਚ ਕਿਸੇ ਵੀ ਦੁਕਾਨ ਤੇ ਇੱਥੇ ਬਿਜਲੀ ਨਹੀਂ ਹੈ ਤੇ ਜਿਹੜੇ ਸ਼ਾਪਕੀਪਰਸ ਨੇ ਉਹਨਾਂ ਵੱਲੋਂ ਖੁਦ ਜਿਹੜੇ ਜਨਰੇਟਰਸ ਨੇ ਉਹ ਅਰੇਂਜ ਕੀਤੇ ਜਾ ਰਹੇ ਨੇ। ਹਾਲਾਂਕਿ ਹੁਣ ਤੁਹਾਨੂੰ ਹੈਰਾਨੀ ਹੋਏਗੀ ਕਿ ਇਹ ਬਿਜਲੀ ਪਾਵਰਕਾਮ ਨੇ ਕੱਟ ਦਿੱਤੀ ਹੈ, ਯਾਨੀ ਕਿ ਕਰੀਬ 22-23 ਲੱਖ ਦਾ ਜਿਹੜਾ ਪੈਂਡਿੰਗ ਬਿੱਲ ਹੈ ਉਹ ਨਹੀਂ ਭਰਿਆ ਗਿਆ, ਜਿਸ ਕਰਕੇ ਕਰੀਬ 200 ਦੁਕਾਨਾਂ ਦੀ ਜਿਹੜੀ ਬਿਜਲੀ ਹੈ ਉਹ ਕੱਟ ਦਿੱਤੀ ਗਈ ਹੈ। ਸਾਡੇ ਨਾਲ ਜਿਹੜੇ ਸ਼ਾਪਕੀਪਰਸ ਨੇ ਉਹ ਜੁੜਾਂਗੇ, ਕਿਉਂਕਿ ਇੱਕ ਗਰਮੀ ਇੰਨੀ ਪੈ ਰਹੀ ਹੈ ਤੇ ਹੁਣ ਜਿਹੜੀ ਸ਼ਾਪਸ ਨੇ ਜਨਰੇਟਰ ਜਿਹੜੇ ਯੂਜ਼ ਕੀਤੇ ਜਾ ਰਹੇ ਨੇ, ਬਿਜਲੀ ਦਾ ਬਿੱਲ ਵੀ ਪੇ ਕੀਤਾ ਗਿਆ, ਲੇਕਿਨ ਉਹ ਇਲੈਕਟ੍ਰਿਸਿਟੀ ਡਿਪਾਰਟਮੈਂਟ ਕੋਲ ਨਹੀਂ ਪਹੁੰਚਿਆ। ਕਾਰਨ ਕੀ ਹੈ? ਕਈ ਜਿਹੜੇ ਸ਼ਾਪਕੀਪਰਸ ਨੇ ਉਹਨਾਂ ਨਾਲ ਗੱਲਬਾਤ ਕਰਦੇ। ਭਾਜੀ, ਬੜੀ ਹੈਰਾਨ ਕਰ ਦੇਣੇ ਵਾਲੀ ਗੱਲ ਹੈ ਕਿ ਤੁਸੀਂ ਕਹਿ ਰਹੇ ਹੋ ਬਿੱਲ ਵੀ ਅਸੀਂ ਪੇ ਕਰ ਰਹੇ ਹਾਂ ਤੇ ਜਨਰੇਟਰ ਵੀ ਤੁਸੀਂ ਹੁਣ ਲਾ ਰਹੇ ਹੋ, ਬਿੱਲ ਵੀ ਤੁਹਾਡਾ ਕੱਟ ਗਿਆ। ਇਹ ਬੜੀ ਹੈਰਾਨ ਕਰ ਦੇਣੇ ਵਾਲੀ ਹੈਰਾਨ ਹੈ ਸਰ। ਕਾਰਨ ਕੀ? ਅਸੀਂ ਜੋ ਵੀ ਇੱਥੇ ਰੀਚਾਰਜ ਕਰਵਾ ਰਹੇ ਹਾਂ ਐਡਵਾਂਸ ਪੈਸੇ ਦੇ ਕੇ ਰੀਚਾਰਜ ਕਰਵਾ ਰਹੇ ਹਾਂ, ਜਿਹਦਾ ਕਿ ਪੈਸਾ ਅਸੀਂ ਐਡਵਾਂਸ ਦਿੰਦੇ ਹਾਂ, ਫਿਰ 1 ਮਹੀਨਾ ਚੱਲਦਾ ਹੈ ਸਾਡਾ। ਉਸ ਤੋਂ ਬਾਅਦ ਜਿੰਨਾ ਸਾਨੂੰ ਲੋੜ ਹੁੰਦੀ ਹੈ ਉਹਨਾਂ ਰੀਚਾਰਜ ਕਰਾਉਂਦੇ ਰਹਿੰਦੇ ਹਾਂ। ਲੇਕਿਨ ਪਿਛਲੇ ਦਿਨਾਂ ਤੋਂ ਅਸੀਂ ਬਿਜਲੀ ਬੋਰਡ ਤੋਂ ਆਏ ਕੁਝ ਕਰਮਚਾਰੀ, ਉਹਨਾਂ ਨੇ ਕਨੈਕਸ਼ਨ ਕੱਟ ਦਿੱਤਾ ਇੱਥੇ। ਅਸੀਂ ਉਹਨਾਂ ਤੋਂ ਪਤਾ ਕਰਿਆ ਜਾ ਕੇ ਵੀ ਸਾਡਾ ਕਨੈਕਸ਼ਨ ਕਿਉਂ ਕੱਟਿਆ ਗਿਆ। ਉਹਨਾਂ ਨੇ ਦੱਸਿਆ ਕਿ ਤੁਹਾਡਾ 22 ਲੱਖ ਰੁਪਏ ਪੈਂਡਿੰਗ ਹੈਗਾ, ਜੋ ਕਿ ਨਹੀਂ ਜਮ੍ਹਾਂ ਹੋ ਰਿਹਾ। ਅਸੀਂ ਕੁਝ ਪੈਸੇ ਇਕੱਠੇ ਕਰਕੇ ਫਿਰ ਬਿਜਲੀ ਬੋਰਡ ਨੂੰ ਜਮ੍ਹਾਂ ਕਰਵਾਏ ਤੇ ਉਹਨਾਂ ਨੇ ਕਨੈਕਸ਼ਨ ਫਿਰ ਬਹਾਲ ਕਰ ਦਿੱਤਾ। लेकिन फिर हफ्ते 10 दिन का उन्होंने अल्टीमेटम देता, लेकिन साढ़े को 22 लाख रुपए जबकि असं एडवांस पे कर चुके हैं, दोबारा कितना पे कर? यहाँ के VIP रोड के प्रधान बने हुए थे जी 15 महीने से। अच्छा। जबकि हमें इसके बारे में कोई पता नहीं, ना उन्होंने कभी हमारे को हिसाब दिया जी भाई मार्केट में क्या हो रहा है। जबकि हम हर महीने 1000 रुपये मेंटेनेंस देते हैं दुकान का साफ सफाई के लिए, लेकिन कोई सफाई नहीं थी दुकान के आगे। अब हमें न्याय दिया जाए। आदरणीय आपके माध्यम से हम आदरणीय मुख्यमंत्री जी को आग्रह करना चाहते हैं कि हमें न्याय दिलाया जाए। ਹੁਣ ਸੜਕਾਂ ਤੇ ਉਤਰੇ ਨੇ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਅਗਲੀ ਖਬਰ ਉਸ ਵੀਡੀਓ ਕਲਿੱਪ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਜ਼ਰੀਏ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਜਾ ਰਹੀ ਹੈ, ਗੁਹਾਰ ਲਗਾਈ ਜਾ ਰਹੀ ਹੈ। ਗੁਹਾਰ ਲਗਾਉਣ ਵਾਲੇ ਨੌਜਵਾਨ ਨਵਾਂ ਸ਼ਹਿਰ ਦੇ ਨੇ ਅਤੇ ਗੁਹਾਰ ਲਗਾਈ ਜਾ ਰਹੀ ਹੈ ਸਾਊਦੀ ਅਰਬ ਤੋਂ। ਜੀ ਭਗਵੰਤ ਮਾਨ ਜੀ ਬੜੀ ਇੱਕ ਬੇਨਤੀ ਲੈ ਕੇ ਆਇਆ ਤੁਹਾਡੇ ਮੋਰੇ ਵੀਡੀਓ ਬਣਾਉਣ ਲਈ ਜੀ, ਲੈ ਕੇ ਆਏ ਆ। ਹੱਥ ਜੋੜ ਕੇ ਫਰਿਆਦ ਬੇਨਤੀ ਕਰਦੇ ਨੌਜਵਾਨ, ਅੱਖਾਂ 'ਚ ਅਥਰੂ ਤੇ ਦਿਲ 'ਚ ਉਮੀਦਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਹਾਰ ਲਾ ਰਹੇ ਨੇ। ਸਾਨੂੰ ਇਹਨੇ ਜੀ ਭੇਜਿਆ ਜੀ TCC ਕੰਪਨੀ 'ਚ, ਇੱਥੇ ਮੋਰੇ ਸਾਨੂੰ ਭੇਜਿਆ ਨੇ। ਵੀਡੀਓ 'ਚ ਨੌਜਵਾਨ ਇੱਕੋ ਹੀ ਬੇਨਤੀ ਕਰ ਰਹੇ ਨੇ ਕਿ CM ਸਾਹਿਬ ਸਾਨੂੰ ਇੱਥੋਂ ਕੱਢ ਲਓ। ਨੌਜਵਾਨ ਦੱਸ ਰਹੇ ਨੇ ਕਿ ਕਿਵੇਂ ਉਹ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਨੇ। CM ਸਾਹਿਬ ਜੀ ਭਗਵੰਤ ਮਾਨ ਜੀ ਬੜੀ ਇੱਕ ਬੇਨਤੀ ਲੈ ਕੇ ਆਇਆ ਤੁਹਾਡੇ ਮੋਰੇ ਵੀਡੀਓ ਬਣਾਉਣ ਲਈ ਜੀ, ਲੈ ਕੇ ਆਏ ਆ। ਅਸੀਂ ਸਾਊਦੀ ਅਰਬ ਤੋਂ ਬੋਲਦੇ ਫਸੇ ਹੋ ਪਏ ਆ। ਸਾਨੂੰ ਨੰਗਲ ਦਾ ਕਪੂਰ ਏਜੰਟ ਆ, ਉਹਨੇ ਸਾਨੂੰ ਫਸਾਇਆ। ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੀ ਸਾਰਿਆਂ ਦੀ ਹੈਲਪ ਕੀਤੀ ਜਾਵੇ। ਅਸੀਂ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਹਾਂ, ਕਿਰਪਾ ਕਰਕੇ ਸਾਨੂੰ ਇੱਥੇ ਤੇ ਕੱਢਿਆ ਜਾਵੇ ਜਿਸ ਤਰੀਕੇ ਨਾਲ ਵੀ ਹੈ।
ਵੱਖ-ਵੱਖ ਸੂਬਿਆਂ ਦੇ 12 ਨੌਜਵਾਨ ਸਾਊਦੀ ਅਰਬ 'ਚ ਮਾੜੇ ਹਾਲਾਤਾਂ 'ਚ ਨੇ। ਜਿਸ ਏਜੰਟ ਦੇ ਭਰੋਸੇ ਵਿਦੇਸ਼ ਗਏ ਉਸਨੇ ਹੀ ਧੋਖਾ ਦੇ ਦਿੱਤਾ। ਜਿਸ ਕੰਪਨੀ 'ਚ ਕੰਮ ਕਰਨ ਲਈ ਆਏ ਉਸਨੇ ਨੌਕਰੀ ਤਾਂ ਕੀ ਦੇਣੀ ਸੀ, ਉਲਟਾ ਨੌਜਵਾਨਾਂ ਦੇ ਪਾਸਪੋਰਟ ਵੀ ਕਬਜ਼ਾ ਲਏ। ਸਾਡੇ ਪਾਸਪੋਰਟ ਤੱਕ ਸੋਦੀ ਨੇ ਲਿਓ ਆ, ਲਾਇਸੈਂਸ ਸਭ ਕੁਝ ਉਹਦੇ ਸੋਦੀ ਕੋਲ ਆ। 10 ਬੰਦੇ ਆ ਜੀ ਪੰਜਾਬ ਦੇ, 2-3 ਬੰਦੇ ਯੂਪੀ ਬਿਹਾਰ ਦੇ ਆਪਣੇ ਨਾਲ ਆ ਜੀ। ਬਹੁਤ ਔਖੇ ਫਸੇ ਹੋਏ ਆ। ਬੇਨਤੀ ਆ ਸਾਨੂੰ ਇੱਥੋਂ ਕੱਢਿਆ ਜਾਵੇ, ਸਾਨੂੰ ਬਣਦਾ ਹੱਕ ਸਾਡਾ ਦਵਾਇਆ ਜਾਵੇ, ਸਾਡੇ ਪੈਸੇ ਦਵਾਏ ਜਾਵੇ, ਸਾਨੂੰ ਇੰਡੀਆ ਸੱਦਿਆ ਜਾਵੇ। ਨੌਜਵਾਨ ਆਪਣਾ ਦਰਦ ਬਿਆਨ ਕਰ ਰਹੇ ਨੇ ਕਿ ਕੰਪਨੀਆਂ ਨੇ ਉਹਨਾਂ ਨੂੰ ਅੱਗੇ ਤੋਂ ਅੱਗੇ ਹੋਰ ਕੰਪਨੀਆਂ ਨੂੰ ਵੇਚਿਆ। ਜਿਹੜੇ ਕਮਰੇ 'ਚ ਨੌਜਵਾਨ ਹੁਣ ਰਹਿ ਰਹੇ ਨੇ ਉਸ ਨੂੰ ਵੀ ਮਕਾਨ ਮਾਲਕ ਬਾਹਰੋਂ ਤਾਲਾ ਲਾ ਕੇ ਰੱਖਦਾ ਹੈ ਤੇ ਖਾਣ ਪੀਣ ਦਾ ਵੀ ਕੋਈ ਪ੍ਰਬੰਧ ਨਹੀਂ। ਤੇ ਪਰੇਸ਼ਾਨ ਨੌਜਵਾਨ ਹੁਣ ਬਸ ਇੱਕੋ ਗੁਹਾਰ ਲਾ ਰਹੇ ਨੇ ਕਿ ਸਾਨੂੰ ਬਚਾ ਲਓ। ਸਾਨੂੰ ਇਹਨੇ ਜੀ ਭੇਜਿਆ ਜੀ TCC ਕੰਪਨੀ 'ਚ, ਇੱਥੇ ਮੋਰੇ ਸਾਨੂੰ ਵੇਚਿਆ ਨੇ ਸੋਦੀ ਤੋਂ ਜੀ। ਸੋਦੀ ਨੇ ਵੇਚਿਆ ਸਾਨੂੰ ਅੱਗੇ ਸੂਰੀ ਕੋਲ, ਸੂਰੀ ਨੇ ਵੇਚਿਆ ਚਾਈਨੀਜ਼ ਕੰਪਨੀ ਕੋਲ। ਸਾਨੂੰ ਸਿੱਟਤਾ ਰੇਤੇ ਵਿੱਚ। ਰੋਟੀ ਸਬਜ਼ੀ ਜੀ ਸੁੰਡੀਆਂ ਚੱਲਦੀਆਂ ਸਬਜ਼ੀ ਦੇ ਵਿੱਚ, ਕੀੜੇ ਚੱਲਦੇ ਸਬਜ਼ੀ 'ਚ, ਨਾ ਪਾਣੀ ਮਿਲਦਾ, ਡੀਜ਼ਲ ਵਾਲਾ ਪਾਣੀ ਮਿਲਦਾ ਜੀ ਸਾਨੂੰ ਪੀਣ ਲਈ। ਅਸੀਂ ਉੱਥੋਂ ਨਿਕਲ ਕੇ ਬੜੇ ਮੁਸ਼ਕਲ ਆਏ ਆ। ਅਸੀਂ ਇੱਥੇ ਕਮਰਾ ਲਿਆ ਵਾ ਜੀ, ਉੱਥੇ ਰਹਿ ਰਹੇ ਆ। ਅਸੀਂ ਬਹੁਤ ਔਖੇ ਆ। ਸਾਡੀ ਬੇਨਤੀ ਆ ਸਾਨੂੰ ਇੱਥੋਂ ਕੱਢਿਆ ਜਾਵੇ। ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਏਜੰਟਾਂ ਦੇ ਹੱਥੀ ਚੜੇ ਨੌਜਵਾਨਾਂ ਨੇ ਵਿਦੇਸ਼ ਤੋਂ ਇਹ ਬੇਨਤੀ ਕੀਤੀ ਹੋਵੇ। ਹਾਲਾਂਕਿ ਸੀਐਮ ਮਾਨ ਨੇ ਬੀਤੇ ਦਿਨੀ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਮਸਲੇ ਤੇ ਗੰਭੀਰਤਾ ਵਿਖਾਈ ਸੀ, ਪਰ ਇਸ ਮਾਮਲੇ ਨੂੰ ਕਿੰਨੀ ਛੇਤੀ ਸੁਲਝਾਇਆ ਜਾਂਦਾ ਹੈ ਇਹ ਵੇਖਣਾ ਹੋਵੇਗਾ। ਨਵਾਂ ਸ਼ਹਿਰ ਤੋਂ ਸ਼ੈਲੇਸ਼ ਕੁਮਾਰ, ਨਿਊਜ਼ 18।